सत श्री अकाल, तुसीं देख रहे हो प्रो पंजाब टीवी। मैं हां मनदीप कौर संधू, लैके आया थानू पिंड खुंडा, जिथे तस्वीरां देखोगे शाही किले दियां ते तुहाडी रूह जिहड़ी है खुश हो जाएगी। बा कमाल तस्वीरां ने पिंड खुंडे दे कन्हैया किले दियां। महाराजा रणजीत सिंह दे वेले दियां तस्वीरां ते कई इमारतां तानू दिखा चुके हैं जो बन चुकियां ने खंडर जां महान जरनैलां दे उजड़ चुके ने घर। पर जिथे अज तानू लैके आया कन्हैया मिसल दे वारसां ने अज भी सांभिया होया है अपना शाही किला। किवें लगदियां सी अदालतां, किवें इत्थे जंगा जुद्धां दी बनाई जाती सी विਉਂਤਬੰਦੀ, किस तरीके नाल पहरेदार दिंदा सी पहरा ते इस दे नाल किवें जलदियां सी मिसालां। आओ तस्वीरां दिखावांगी तानू शाही किले दियां। वाला ये शाही किला जो कि करोड़ां दी लागत नाल होया है तैयार, और इस दे नाल किस तरीके खूहां दे विच बने हुए ने सीक्रेट कमरे। आओ फिर मिलवाने आ थानू खूबसूरत परिवार दे नाल ते पूरी गेड़ी लवाने आ शाही किले दी। किला तकरीबन 400 साल पुराना है। 1615 तो इतिहास ਇਹਦਾ ਸਾਡੇ ਕੋਲ ਹੈ। ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਅਦਾਲਤਾਂ ਵੀ ਲੱਗਦੀਆਂ ਰਹੀਆਂ ਨੇ, ਇੱਥੇ ਲੜਾਈ ਯੁੱਧ ਹੋਏ ਨੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੇਲੇ। ਕਿ ਇਹਦੇ ਵਿੱਚ ਕੀ ਸ਼ਬਦਖਾਨਾ ਵੀ ਹੈ। ਆਮ ਤੁਸੀਂ ਘਰਾਂ ਦੇ ਵਿੱਚ ਜਾਂ ਛੋਟੇ ਕਿਲਿਆਂ 'ਚ ਖੂਹੀਆਂ ਦੇਖਦੇ ਹੋ, ਉਹਨਾਂ ਨੂੰ ਖੂਹੀਆਂ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦਾ ਸਾਈਜ਼ ਛੋਟਾ ਹੁੰਦਾ ਹੈ। ਇਸ ਨੂੰ ਕਿਲੇ ਦੇ ਵਿੱਚ ਖੂਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਇਸ ਦਾ ਸਾਈਜ਼ ਵੱਡਾ ਹੈ। ਔਰ ਤੁਸੀਂ ਵਿੱਚ ਦੇਖ ਸਕਦੇ ਹੋ ਇੱਕ ਦਰਵਾਜ਼ਾ ਦੇਖ ਸਕਦੇ ਹੋ ਜਿਹਦੇ ਅੰਡਰਗਰਾਉਂਡ ਕਮਰੇ ਹੁੰਦੇ ਸਨ ਔਰ ਉਹਨਾਂ ਨੂੰ ਸ਼ਬਦਖਾਨਾ ਕਿਹਾ ਜਾਂਦਾ ਹੈ। ਇਹ ਉਸ ਵੇਲੇ ਦਾ ਜਿਹੜਾ ਹਵਾ ਵਾਲਾ ਪੱਖਾ ਹੈ, ਇਹਨੂੰ ਅੱਜ ਵੀ ਅਸੀਂ ਉਸੇ ਤਰੀਕੇ ਨਾਲ ਚਲਾਈਏ ਤਾਂ ਬਹੁਤ ਠੰਡੀ ਹਵਾ ਦਿੰਦਾ ਹੈ। ਇਸ ਨੂੰ ਦੇਖੋਗੇ ਕਿ ਇਹਦੇ 'ਚ ਕੁਝ ਸੁਰਾਖ ਥੱਲੇ ਨੂੰ ਨੇ, ਕੁਝ ਸੁਰਾਖ ਸਾਈਡ 'ਚ ਨੇ, ਕੁਝ ਸੁਰਾਖ ਮਤਲਬ ਚਾਰੇ ਡਾਇਰੈਕਸ਼ਨਸ ਉੱਪਰ ਥੱਲੇ ਸਾਰੀਆਂ ਇੱਕ ਥਾਂ ਤੇ ਜਰੋਖੇ 'ਚ ਬੈਠ ਕੇ ਤੁਸੀਂ ਦੇਖ ਸਕਦੇ ਹੋ। ਇਹਦੇ ਨਾਲ ਹਵਾ ਵੀ ਆਉਂਦੀ ਹੈ ਔਰ ਦੁਸ਼ਮਣ ਤੁਹਾਨੂੰ ਦੇਖਣ 'ਚ ਕਾਮਯਾਬ ਨਹੀਂ ਹੁੰਦਾ ਔਰ ਤੁਸੀਂ ਦੁਸ਼ਮਣ ਨੂੰ ਦੇਖਣ 'ਚ ਕਾਮਯਾਬ ਹੋ ਜਾਂਦੇ ਹੋ। ਮਸ਼ਾਲਾਂ ਉਸ ਜ਼ਮਾਨੇ ਦੀਆਂ ਮਸ਼ਾਲਾਂ ਇਹ ਕਿਲੇ ਦੇ ਚਾਰੋਂ ਪਾਸੇ ਹੁੰਦੀਆਂ ਸਨ। ਇਹਦੇ 'ਚ ਤੇਲ ਪਾ ਕੇ ਰਾਤ ਨੂੰ ਇਹਨਾਂ 'ਚ ਅੱਗ ਜਲਾਈ ਜਾਂਦੀ ਸੀ ਤਾਂ ਕਿ ਜੇ ਕੋਈ ਦੁਸ਼ਮਣ ਹੋਏ ਤਾਂ ਉਹਨੂੰ ਤੁਸੀਂ ਆਇਡੈਂਟੀਫਾਈ ਕਰ ਸਕੋ। सो बिल्कुल जी, तस्वीरां तुसी देख चुके हो कि बा कमाल इस वेले जिहड़ा तुहानूं किला असीं दिखा चुके हैं। और इस दे नाल ही जिवें मैं पहला जिक्र कर चुकी हाँ कि असीं आम तौर ते पहलां बहुत सारियां खंडर इमारतां तुहानूं दिखाईयां ने कि साडियां इतिहासिक चीज़ां असीं जिहड़ियां तहस नहस कर लियां और इन्नी वड्डी साडी सिख कौम है पर ये सांभण दे विच जिहड़ी है कमज़ोर हो गई है। पर जिवें तुसी ये किला देखिया है जो कि कन्हैया मिसल दे वेले दा किला बनिया होया सी, इन्हां नूं सांभिया किन्ना नहीं है। हुण तुहाडी मुलाकात उन्हां दे नाल करवाउणी है जिन्हां ने इन्हां नूं सांभ रखिया सी। सरदार जगजीत सिंह जी ने ते उन्हां दे बेटे ने साडे नाल इत्थे परजीत पाल सिंह जो कि कर्नल ने, और कर्नल साहब दे नाल मुलाकात कराउने। स्वागत करदे हां जी। सत श्री अकाल जी, प्रो पंजाब टीवी ते स्वागत। सत श्री अकाल जी मैम। ठीक हो जी आप जी? हाँ जी, बहुत वधिया।
ਸਰ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਕਿਉਂਕਿ ਅਸੀਂ ਬਹੁਤ ਸਾਰੀਆਂ ਆਪਣੀ ਕਵਰੇਜ ਦੇ ਵਿੱਚ ਇਮਾਰਤਾਂ ਦੇਖੀਆਂ ਜੋ ਸਿੱਖ ਰਾਜ ਦੇ ਸਮੇਂ ਸੀ ਪਰ ਢਹਿ ਢੇਰੀ ਹੋ ਗਈਆਂ ਤਹਿਸ ਨਹਿਸ ਹੋ ਗਈਆਂ ਖੰਡਰਾਂ 'ਚ ਤਬਦੀਲ ਹੋ ਗਈਆਂ ਪਰ ਆਹ ਕਿਲ੍ਹਾ ਦੇਖ ਕੇ ਅੱਜ ਰੂਹ ਖੁਸ਼ ਹੋ ਗਈ ਹੈ ਸਾਡੀ ਕਿ ਤੁਸੀਂ ਆਪਣੀ ਵਿਰਾਸਤ ਨੂੰ ਸਾਂਭ ਰੱਖਿਆ। ਥੈਂਕ ਯੂ ਸੋ ਮਚ ਮੈਮ। ਮੈਮ ਬੇਸਿਕਲੀ ਜਿਸ ਵੀ ਕੰਡੀਸ਼ਨ 'ਚ ਅੱਜ ਇਹ ਕਿਲ੍ਹਾ ਹੈਗਾ ਆ ਉਹਦਾ ਕ੍ਰੈਡਿਟ ਅਸੀਂ ਆਪਣੇ ਪਿਤਾ ਜੀ ਨੂੰ ਦਿਆਂਗੇ, ਸਰਦਾਰ ਜਗਜੀਤਪਾਲ ਸਿੰਘ ਲਾਲੀ ਜੀ। ਉਹਨਾਂ ਦੀ ਮਿਹਨਤ ਦਾ ਸਦਕਾ ਹੀ ਤੁਸੀਂ ਅੱਜ ਦੇਖ ਸਕਦੇ ਹੋ ਜੋ ਇਸ ਟਾਈਮ ਇੱਥੇ ਹੈਗਾ ਹੈ। ਤਾਂ ਅਸੀਂ ਨਾਲ ਨਾਲ ਅੰਦਰ ਵੀ ਦੇਖਾਂਗੇ ਤੁਸੀਂ ਸਾਨੂੰ ਜਿਹੜੀਆਂ ਬਾਹਰ ਚੀਜ਼ਾਂ ਬਣੀਆਂ ਜਿਵੇਂ ਹਾਥੀ ਗੇਟ ਦੀ ਸ਼ੁਰੂਆਤ ਕਰ ਲਾਂਗੇ ਕਿ ਇਹ ਕਿਸ ਵੇਲੇ ਦਾ ਬਣਿਆ ਹੋਇਆ ਤੇ ਕਿੰਨੀ ਪੁਰਾਣੀ ਜਿਹੜਾ ਇਹ ਪੁਰਾਣਾ ਕਿਲ੍ਹਾ ਕਿੰਨਾ ਪੁਰਾਣਾ ਹੈ। ਮੈਮ ਇਹ ਕਿਲ੍ਹਾ ਤਕਰੀਬਨ 400 ਸਾਲ ਪੁਰਾਣਾ ਹੈ। 1615 ਤੋਂ ਇਤਿਹਾਸ ਇਹਦਾ ਸਾਡੇ ਕੋਲ ਹੈ ਔਰ 1716 ਵਿੱਚ ਜਦੋਂ ਬਾਬਾ ਬੰਦਾ ਬਹਾਦਰ ਨੂੰ ਲੈ ਕੇ ਗਏ ਨੇ ਮੁਗਲ ਫੌਜਾਂ ਪਕੜ ਕੇ, ਉਹ ਕਿਲ੍ਹਾ ਵੀ ਬਿਲਕੁਲ ਇਸ ਕਿਲ੍ਹੇ ਦੇ ਨਾਲ ਹੀ ਹੈ ਔਰ ਇਹਦਾ ਇਤਿਹਾਸ ਉਸ ਕਿਲ੍ਹੇ ਦੇ ਨਾਲ ਬਰਾਬਰ ਵੀ ਹੈ। ਇਹ ਬਹੁਤ ਉੱਚਾ ਹੈ ਕਿਉਂਕਿ ਅਸੀਂ ਆਲਾ ਦੁਆਲਾ ਜਦੋਂ ਦੇਖਿਆ ਤੁਹਾਡਾ ਪਿੰਡ ਕਾਫੀ ਨੀਵਾਂ ਹੈਗਾ ਆ ਔਰ ਇਹ ਬਹੁਤ ਉੱਚਾ ਬਣਿਆ ਹੋਇਆ ਹੈ ਤਾਂ ਇਹ ਕਿੰਨੀ ਰਕਬੇ ਦੇ ਵਿੱਚ ਫੈਲਿਆ ਹੋਇਆ ਹੈ। ਮੈਮ ਬੇਸਿਕਲੀ ਕਿਲ੍ਹੇ ਜਿਹੜੇ ਨੇ ਇਹਨਾਂ ਨੂੰ ਸੇਫਟੀ ਸਿਕਿਉਰਿਟੀ ਦੇ ਰੀਜ਼ਨ ਕਰਕੇ ਉੱਚਾ ਬਣਾਇਆ ਜਾਂਦਾ ਸੀ ਔਰ ਇਹ ਕਿਲ੍ਹਾ ਔਰ ਬਾਬਾ ਬੰਦਾ ਬਹਾਦਰ ਸਾਹਿਬ ਵਾਲੀ ਜਿਹੜੀ ਗੜੀ ਸੀ ਗੁਰਦਾਸ ਨੰਗਲ ਵਾਲੀ, ਇਹ ਦੋਨੋਂ ਹੀ ਕਾਫੀ ਉੱਚੇ ਨੇ। ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਅਦਾਲਤਾਂ ਵੀ ਲੱਗਦੀਆਂ ਰਹੀਆਂ ਨੇ ਇੱਥੇ ਲੜਾਈ ਯੁੱਧ ਹੋਏ ਨੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੇਲੇ ਤਾਂ ਮੈਂ ਚਾਹਾਂਗੀ ਕਿ ਤੁਸੀਂ ਹਰ ਚੀਜ਼ ਸਾਨੂੰ ਹੁਣ ਆਪਾਂ ਚੱਲਦੇ ਨਾਲ ਨਾਲ ਔਰ ਤੁਸੀਂ ਸਾਨੂੰ ਦਿਖਾਉਂਦੇ ਚੱਲੋ ਕਿ ਹਾਥੀ ਗੇਟ ਕਿੰਨਾ ਉਸ ਵੇਲਾ ਪੁਰਾਣਾ ਬਣਿਆ ਹੋਇਆ ਇਹ ਇੰਨਾ ਉੱਚਾ ਕਿਉਂ ਇਹਨੂੰ ਹਾਥੀ ਗੇਟ ਕਿਉਂ ਕਿਹਾ ਜਾਂਦਾ ਹੈ। ਮੈਮ ਬੇਸਿਕਲੀ ਹਾਥੀ ਗੇਟ ਇਹਦਾ ਨਾਮ ਇਸ ਕਰਕੇ ਹੈ ਕਿਉਂਕਿ ਜੇ ਤੁਸੀਂ ਇੱਥੋਂ ਥੱਲੇ ਦੇਖੋ ਟੂ ਮਾਈ ਲੈਫਟ, ਇਹਦੀ ਜਿਹੜੀ ਹਾਈਟ ਹੈ ਇਕੁਅਲ ਟੂ ਦਾ ਐਲੀਫੈਂਟ ਹਾਈਟ। ਸੋ ਇਸ ਉਚਾਈ ਤੋਂ ਇਨਸਾਨ ਆਰਾਮ ਨਾਲ ਹਾਥੀ ਦੇ ਉੱਪਰ ਬੈਠ ਸਕਦਾ ਸੀ, ਇਸ ਕਰਕੇ ਇਸ ਦਾ ਨਾਮ ਹਾਥੀ ਗੇਟ ਰੱਖਿਆ ਗਿਆ ਹੈ। ਤੁਸੀਂ ਦੱਸ ਰਹੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲਿਆਂ ਦਾ ਇਹ ਕਿਲ੍ਹਾ ਬਣਿਆ ਹੋਇਆ ਹੈ ਤਾਂ ਤੁਹਾਡੇ ਜਿਹੜੇ ਪੁਰਖੇ ਨੇ ਜੱਦੀ ਪੁਰਖੇ ਉਹ ਕੌਣ ਸੀ। ਮੈਮ ਬੇਸਿਕਲੀ ਇਹ ਕਿਲ੍ਹਾ ਘਨੱਈਆ ਮਿਸਲ ਦਾ ਹੈ ਔਰ ਜੈ ਸਿੰਘ ਘਨੱਈਆ ਸੀ ਇਸ ਮਿਸਲ ਦੇ ਮੁਖੀ, ਜਿਨ੍ਹਾਂ ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ। ਦੱਸ ਰਹੇ ਹੋ ਕਿ 4 ਸਾਲ ਪੁਰਾਣਾ ਹੈਗਾ ਇਹ ਕਿਲ੍ਹਾ ਔਰ 4 ਸਾਲ ਪੁਰਾਣੇ ਨੂੰ ਸਾਂਭਣਾ ਬੜਾ ਮੁਸ਼ਕਲ ਹੁੰਦਾ ਹੈ ਔਰ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਹੁਣ ਤੁਸੀਂ ਇਹਨੂੰ ਮੁਰੰਮਤ ਕਰਵਾਈ ਹੈ ਪਹਿਲਾਂ ਤੋਂ ਰਹਿ ਰਹੇ ਹੋ ਇੱਥੇ ਜਾਂ ਕਿ ਇਹਨੂੰ ਬਾਅਦ ਵਿੱਚ ਇੱਥੇ ਸਟੇ ਕੀਤਾ ਤੁਸੀਂ। ਅਸੀਂ ਮੈਮ ਸ਼ੁਰੂ ਤੋਂ ਇਸ ਕਿਲ੍ਹੇ ਦੇ ਵਿੱਚ ਹੀ ਰਹਿ ਰਹੇ ਹਾਂ। ਮੇਰਾ ਜਨਮ ਵੀ ਇਸ ਕਿਲ੍ਹੇ ਦਾ ਹੀ ਹੈ ਔਰ ਜੇ ਇਸ ਕਿਲ੍ਹੇ ਦੀ ਤੁਸੀਂ ਸਾਂਭ ਸੰਭਾਲ ਦੀ ਗੱਲ ਕਰੋ ਤਾਂ ਇੱਥੇ ਸਾਰਾ ਸਾਲ ਇੱਕ ਮਿਸਤਰੀ ਔਰ 2 ਲੇਬਰ ਵਾਲੇ ਪਰਮਾਨੈਂਟ ਲੱਗੇ ਰਹਿੰਦੇ ਨੇ। ਇਹ ਇਹਨਾਂ ਹੋਣ ਦੇ ਬਾਵਜੂਦ ਇਹਨੂੰ ਮੁਸ਼ਕਿਲ ਨਾਲ ਅਸੀਂ ਰੀਸਟੋਰ ਕਰਨ 'ਚ ਕਾਮਯਾਬ ਹੁੰਨੇ ਹਾਂ। ਔਰ ਨਾਲ ਨਾਲ ਤੁਸੀਂ ਸਾਨੂੰ ਦੱਸੋ ਕਿ ਇਹ ਪੁਰਾਣਾ ਖੂਹ ਹੈ ਕਿਉਂਕਿ ਅੱਜ ਤੱਕ ਅਸੀਂ ਜਿੰਨੇ ਖੂਹ ਦੇਖਿਆ ਇੰਨਾ ਵੱਡਾ ਨਹੀਂ ਹੈ ਤਾਂ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ। ਮੈਮ ਇਹ ਖੂਹ ਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਇੱਕ ਸ਼ਰਦਖਾਨਾ ਵੀ ਹੈ। ਆਮ ਤੁਸੀਂ ਘਰਾਂ ਦੇ ਵਿੱਚ ਜਾਂ ਛੋਟੇ ਕਿਲਿਆਂ 'ਚ ਖੂਹੀਆਂ ਦੇਖਦੇ ਹੋ, ਉਹਨਾਂ ਨੂੰ ਖੂਹੀਆਂ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦਾ ਸਾਈਜ਼ ਛੋਟਾ ਹੁੰਦਾ ਹੈ। ਇਸ ਨੂੰ ਕਿਲੇ ਦੇ ਵਿੱਚ ਖੂਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਇਸ ਦਾ ਸਾਈਜ਼ ਵੱਡਾ ਹੈ ਔਰ ਤੁਸੀਂ ਵਿੱਚ ਦੇਖ ਸਕਦੇ ਹੋ ਇੱਕ ਦਰਵਾਜ਼ਾ ਦੇਖ ਸਕਦੇ ਹੋ ਜਿਹਦੇ ਅੰਡਰਗਰਾਉਂਡ ਕਮਰੇ ਹੁੰਦੇ ਸਨ ਔਰ ਉਹਨਾਂ ਨੂੰ ਸ਼ਰਦਖਾਨਾ ਕਿਹਾ ਜਾਂਦਾ ਸੀ। ਅੱਜ ਕੱਲ੍ਹ ਏਸੀ ਆ ਗਏ, ਪਹਿਲਾਂ ਜਦੋਂ ਏਸੀ ਨਹੀਂ ਸਨ ਹੁੰਦੇ ਤਾਂ ਉਦੋਂ ਇਸ ਸ਼ਰਦਖਾਨੇ ਦੇ ਵਿੱਚ ਠੰਡੇ ਕਮਰੇ ਹੁੰਦੇ ਸਨ ਔਰ ਇੱਥੇ ਗਰਮੀ 'ਚ ਲੋਕ ਸਮਾਂ ਬਿਤਾਉਂਦੇ ਸਨ। ਇਹ ਨਾਨਕਸ਼ਾਹੀ ਇੱਟ ਦਾ ਹਾਲੇ ਵੀ ਉਸੇ ਤਰ੍ਹਾਂ ਬਣਿਆ ਹੋਇਆ ਕਿਲ੍ਹਾ ਹੈ ਤਾਂ ਜਦੋਂ ਤੁਸੀਂ ਤੁਹਾਡੇ ਫਾਦਰ ਸਾਹਿਬ ਸੀ ਔਰ ਤੁਸੀਂ ਹੋਸ਼ ਸੰਭਾਲੀ ਤੁਹਾਡਾ ਜਨਮ ਇਸੇ ਕਿਲ੍ਹੇ 'ਚ ਹੋਇਆ ਸੀ। ਜੀ ਮੈਮ ਬਿਲਕੁਲ, ਮੇਰਾ ਜਨਮ ਇਸੇ ਕਿਲ੍ਹੇ 'ਚ ਹੀ ਹੋਇਆ ਹੈ। ਹੌਲੀ ਹੌਲੀ ਤੁਸੀਂ ਹੋਸ਼ ਸੰਭਾਲੀ ਤਾਂ ਤੁਹਾਨੂੰ ਲੱਗਾ ਕਿ ਇਹ ਆਮ ਤੌਰ 'ਤੇ ਅਸੀਂ ਜਿਹੜੇ ਘਰ ਦੇਖਦੇ ਹਾਂ ਉਹ ਬਿਲਕੁਲ ਵੱਖਰੇ ਜਿਹੇ ਨੇ ਇਹ ਤੁਹਾਡਾ ਕਿਲ੍ਹਾ ਬਣਿਆ ਮਹਿਲ ਬਣਿਆ ਹੋਇਆ ਇੱਕ ਤੁਹਾਡੇ ਮਨ 'ਚ ਇੱਕ ਚੜ੍ਹਨ ਆਉਂਦੀ ਰਹੀ ਕਿ ਇਸ ਨੂੰ ਜਾਣਿਆ ਜਾਏ ਇਹਦੀ ਹਿਸਟਰੀ ਵੱਲ ਜਾਇਆ ਜਾਏ ਤਾਂ ਫਿਰ ਕਿੰਨਾ ਸਮਾਂ ਹੋ ਗਿਆ ਤੁਸੀਂ ਸਰਚ ਵੀ ਕੀਤੀ ਤਾਂ ਕਿਸ ਤਰੀਕੇ ਦੇ ਨਾਲ ਫਿਰ ਇੱਕ ਇੱਕ ਚੀਜ਼ ਤੁਹਾਡੀ ਕਾਰੀਗਰ ਨੂੰ ਲੈ ਕੇ ਅਸੀਂ ਜ਼ਿਕਰ ਕਰੀਏ ਤਾਂ ਬਾਕਮਾਲ ਚੀਜ਼ਾਂ ਨੇ ਉਸੇ ਟਾਈਮ ਦੀ ਮੀਨਾਕਾਰੀ ਹੈ ਤਾਂ ਉਹਨੂੰ ਤੁਸੀਂ ਖੰਗਾਲਿਆ। ਹਾਂਜੀ ਮੈਮ ਬਿਲਕੁਲ ਠੀਕ ਕਹਿ ਰਹੇ ਹੋ। ਇਹਦਾ ਸਾਰਾ ਕ੍ਰੈਡਿਟ ਮੇਰੇ ਪਿਤਾ ਜੀ ਸਰਦਾਰ ਜਗਜੀਤਪਾਲ ਸਿੰਘ ਲਾਲੀ, ਉਹਨਾਂ ਦੇ ਕਹਿਣ ਅਨੁਸਾਰ ਕਿ ਇਹ ਸਿੱਖ ਸਮਰਾਜ ਦਾ ਸ਼ਾਇਦ ਇਕਲੌਤਾ ਕਿਲ੍ਹਾ ਹੈ ਜਿਹੜਾ ਆਪਣੇ ਪੰਜਾਬ 'ਚ ਇਸ ਟਾਈਮ ਹੈ ਜਿਹਨੂੰ ਕਿ ਅੱਛੀ ਕੰਡੀਸ਼ਨ 'ਚ ਰੱਖਿਆ ਗਿਆ ਹੈ ਔਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਸਿੱਖਣ ਲਈ ਔਰ ਬਹੁਤ ਕੁਝ ਇਸ ਤੋਂ ਮਿਲੂਗਾ ਔਰ ਪਤਾ ਲੱਗਦਾ ਕਿ ਸਿੱਖ ਸਮਰਾਜ ਦੀ ਕਿਸੇ ਟਾਈਮ ਕਿੰਨੀ ਜ਼ਿਆਦਾ ਚੜ੍ਹਾਈ ਸੀ।
ਕਰਨਲ ਸਾਹਿਬ ਡਿਊਟੀ ਤੁਸੀਂ ਕਰ ਰਹੇ ਹੋ, ਕਰਨਲ ਦੇ ਰੈਂਕ ਤੇ ਵੀ ਹੋ ਤੁਸੀਂ। ਔਰ ਜਦੋਂ ਅਸੀਂ ਜ਼ਿਕਰ ਕਰੀਏ ਤੁਹਾਡੇ ਦੋਸਤ ਤੁਹਾਡੇ ਨਾਲ ਜਦੋਂ ਆਇਆ ਕਰਦੇ ਇੱਥੇ, ਤਾਂ ਉਹ ਪੁੱਛਦੇ ਹੋਣਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਚੀਜ਼ਾਂ ਦਿਖਾਓ। ਮਹਿਲ ਤਾਂ ਦੇਖਦੇ, ਤੁਹਾਡਾ ਕਿਲ੍ਹਾ ਦੇਖਦੇ ਦੇਖਦੇ ਲਾਗੇ ਫਿਰ ਅਫਸੋਸ ਹੁੰਦਾ ਕਿ ਅਸੀਂ ਕੁਝ ਦਿਖਾ ਨਹੀਂ ਪਾਉਂਦੇ। ਹਾਂਜੀ ਮੈਮ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਸ ਟਾਈਮ ਜਿਸ ਤਰੀਕੇ ਨਾਲ ਚੀਜ਼ਾਂ ਹੈਗੀਆਂ ਨੇ ਕਿਲੇ 'ਚ ਅਵੇਲੇਬਲ ਨੇ, ਉਹ ਬਿਲਕੁਲ ਸਾਡੇ ਪੁਰਾਣੇ ਹੈਰੀਟੇਜ ਨੂੰ ਦਰਸਾਉਂਦੀਆਂ ਨੇ। ਔਰ ਆਈ ਐਮ ਥੈਂਕਫੁਲ ਟੂ ਯੂਅਰ ਚੈਨਲ ਕਿ ਤੁਸੀਂ ਇਸ ਨੂੰ ਕਵਰ ਕਰੋਗੇ ਤਾਂ ਹੋਰ ਵੀ ਲੋਕਾਂ ਨੂੰ ਪਤਾ ਲੱਗੂ ਕਿ ਸਿੱਖ ਸਮਰਾਜ ਕਿਸੇ ਟਾਈਮ ਕਿੰਨੀ ਚੜ੍ਹਾਈ ਤੇ ਸੀ। ਲਾਗੇ ਤੁਹਾਡੇ ਅਸੀਂ ਪਹਿਲਾਂ ਵੀ ਕਵਰੇਜ ਕਰ ਚੁੱਕੇ ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਇਮਾਰਤਾਂ ਨੇ ਜੋ ਢਹਿ ਢੇਰੀ ਹੋ ਗਈਆਂ। ਬਹੁਤ ਵਿਰਲੀ ਕੋਈ ਚੀਜ਼ ਹੋਏਗੀ ਸਾਨੂੰ ਮਿਲੇਗੀ। ਤਾਂ ਤੁਸੀਂ ਖੁੰਡੇ ਵਾਲੇ ਸਰਦਾਰਾਂ ਦੇ ਖਾਨਦਾਨ ਦੇ ਵਿੱਚੋਂ, ਔਰ ਅੱਜ ਵੀ ਅਸੀਂ ਵੇਖ ਰਹੇ ਹਾਂ ਕਿ ਬੋਰਡ ਵੀ ਲੱਗਾ ਹੋਇਆ ਸੀ ਖੁੰਡੇ ਵਾਲਾ, ਹੈ ਨਾ। ਤਾਂ ਇੱਥੇ ਕਿਹਾ ਜਾਂਦਾ ਸੀ ਕਿ ਉਸ ਵੇਲੇ ਅਦਾਲਤਾਂ ਵੀ ਲੱਗਦੀਆਂ ਸੀਗੀਆਂ। ਤਾਂ ਫਿਰ ਕੀ ਅੰਗਰੇਜ਼ਾਂ ਨੇ ਵੀ ਇੱਥੇ ਰਾਜ ਕੀਤਾ ਸੀ? ਮੈਮ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਝੇ ਦੇ ਲੋਕਾਂ ਦੇ ਉੱਪਰ ਅੰਗਰੇਜ਼ ਜ਼ਿਆਦਾ ਰਾਜ ਨਹੀਂ ਕਰ ਪਾਏ। ਸੋ ਇਹ ਇੰਡੀਪੈਂਡੈਂਟ ਸਟੇਟ ਸੀ। ਇਹ ਹਿੰਦੁਸਤਾਨ ਦੇ ਵਿੱਚ ਸਿਰਫ ਮਹਾਰਾਜਾ ਰਣਜੀਤ ਸਿੰਘ ਦੀ ਸਟੇਟ ਸੀਗੀ ਜਿਹੜੀ ਸਾਰਿਆਂ ਤੋਂ ਬਾਅਦ ਅੰਗਰੇਜ਼ ਫਤਿਹ ਕਰ ਪਾਏ। ਔਰ ਇਹ ਏਰੀਆ ਤਕਰੀਬਨ ਹਮੇਸ਼ਾ ਇੰਡੀਪੈਂਡੈਂਟ ਹੀ ਰਿਹਾ ਹੈ। ਇੱਥੇ ਕਹਿੰਦੇ ਕਿ ਅਦਾਲਤ ਲੱਗਦੀ ਸੀ, ਕਿਹੜਾ ਏਰੀਆ ਸੀ ਜਿੱਥੇ ਅਦਾਲਤਾਂ ਲੱਗਦੀਆਂ ਹੁੰਦੀਆਂ ਸੀ? ਜਿੱਥੇ ਇਸ ਟਾਈਮ ਤੁਸੀਂ ਦੇਖ ਰਹੇ ਹੋ, ਇੱਥੇ ਕਿਸੇ ਟਾਈਮ ਅਦਾਲਤ ਲੱਗਦੀ ਹੁੰਦੀ ਸੀ। ਔਰ ਬੇਸਿਕਲੀ ਇੱਥੋਂ ਫੈਸਲਾ ਸੁਣਾਇਆ ਜਾਂਦਾ ਹੁੰਦਾ ਸੀ। ਜਿੱਥੇ ਅਦਾਲਤ ਲੱਗਦੀ ਸੀ ਉਹ ਇੱਕ ਹੋਰ ਥੱਲੇ ਜਗ੍ਹਾ ਹੈ। ਔਰ ਇਹਨੂੰ ਤੁਸੀਂ ਬੁਰਜ ਵੀ ਕਹਿ ਸਕਦੇ ਹੋ। ਕਿਲੇ ਦੇ ਚਾਰੋਂ ਪਾਸੇ 4 ਬੁਰਜ ਨੇ। ਔਰ ਇਹ ਚਾਰੋਂ ਬੁਰਜ ਜਿਹੜੇ ਨੇ ਇਹਨਾਂ ਦੇ ਵਿੱਚ ਸਿਰਫ ਮਿੱਟੀ ਭਰੀ ਹੋਈ ਹੈ। ਇਹਨਾਂ ਦੇ ਵਿੱਚ ਕੋਈ ਛੱਤ ਨਹੀਂ ਹੈ। ਇਹ ਬਿਲਕੁਲ ਖਾਲੀ ਨਹੀਂ ਹੈ ਅੰਦਰੋਂ, ਤਾਂ ਕਿ ਦੁਸ਼ਮਣ ਇਹਨਾਂ ਨੂੰ ਫਤਿਹ ਨਾ ਕਰ ਪਾਏ। ਔਰ ਬੇਸਿਕਲੀ ਇਹ ਸੰਤਰੀ ਇੱਥੇ ਬੈਠ ਕੇ ਸੇਫਟੀ ਸਿਕਿਉਰਿਟੀ ਪਰਪਸ ਲਈ ਹੁੰਦੇ ਸੀ ਇਹ ਬੁਰਜ। ਜੇਕਰ ਅਸੀਂ ਜ਼ਿਕਰ ਕਰੀਏ, ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਔਰ ਬੜੀਆਂ ਤਕਨੀਕਾਂ ਆ ਗਈਆਂ, ਤਾਂ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਵੀ ਨਾ ਉਸ ਤਰੀਕੇ ਨਾਲ ਘਰ ਬਣਾਈਏ, ਮਹਿੰਗੇ ਮਹਿੰਗੀਆਂ ਕੋਠੀਆਂ, ਵੱਡੀਆਂ ਵੱਡੀਆਂ ਕਰੋੜਾਂ ਰੁਪਏ ਲਾ ਕੇ। ਪਰ ਜਿਹੜੇ ਇਹ ਸਾਨੂੰ ਕਿਤੇ ਨਹੀਂ ਮਿਲਣਾ ਜੋ ਅਸੀਂ ਅੱਜ ਤੁਹਾਡੇ ਇੱਥੇ ਆ ਕੇ ਦੇਖਿਆ। ਤੇ ਦਿਲ ਆਇਆ ਕਿ ਇਹਦੀ ਠੀਕ ਹੈ ਬਈ ਇਹ ਵੇਲਾ ਨਿਕਲ ਗਿਆ, ਮਹਾਰਾਜਿਆਂ ਰਾਜਿਆਂ ਦਾ ਵੇਲਾ ਨਿਕਲ ਗਿਆ, ਸਾਡਾ ਵੇਲਾ ਆਇਆ ਤੇ ਅਸੀਂ ਇਹਨੂੰ ਥੋੜ੍ਹਾ ਤਬਦੀਲ ਕਰ। ਮੈਮ, ਤੁਹਾਡਾ ਕੁਐਸਚਨ ਬਿਲਕੁਲ ਠੀਕ ਹੈ। ਨਿਊ ਜਨਰੇਸ਼ਨਸ ਹਮੇਸ਼ਾ ਚਾਹੁੰਦੀਆਂ ਨੇ ਕਿ ਕੰਫਰਟ ਜ਼ਿਆਦਾ ਦੇਖਿਆ ਜਾਏ। ਪਰ ਇਸ ਕਿਲੇ ਦੇ ਵਿੱਚ ਤੁਸੀਂ ਦੇਖੋਗੇ ਜਦੋਂ ਧਿਆਨ ਨਾਲ ਛੋਟੀਆਂ ਛੋਟੀਆਂ ਬਰੀਕੀਆਂ ਨੂੰ, ਕਿ ਜਿਹੜੀ ਕਾਰੀਗਰੀ ਅੱਜ ਤੋਂ 400 ਸਾਲ ਪਹਿਲਾਂ ਸੀ, ਜਿਹੜੇ ਕੋਈ ਮੁਸਲਮਾਨ ਕਾਰੀਗਰ ਸਨ ਜਾਂ ਜਿਹੜੇ ਵੀ ਸਨ, ਇਹਦੇ ਵਿੱਚ ਇੰਨਾ ਜ਼ਿਆਦਾ ਕੁਝ ਹੈ ਕਿ ਇਹਦੇ 'ਚ ਕੰਫਰਟ ਵੀ ਹੈ, ਸੇਫਟੀ ਵੀ ਹੈ। ਔਰ ਬਿਲਕੁਲ ਮੋਡੀਫਾਈ ਕੀਤੇ ਬਿਨਾਂ ਵੀ ਤੁਸੀਂ ਪੂਰਾ ਇਹਨੂੰ ਇੰਜੋਏ ਕਰ ਸਕਦੇ ਹੋ ਰਹਿਣਾ ਇਹਦੇ 'ਚ। ਕਰਨਲ ਸਾਹਿਬ, ਸਾਨੂੰ ਨਾ ਖਿੱਚ ਪਈ ਆ ਕਿ ਅਸੀਂ ਜੋ ਦਰਵਾਜ਼ੇ ਦੇ ਅੰਦਰ ਜਾਣਾ, ਇਹ ਬਾਕਮਾਲ ਤਰੀਕੇ ਨਾਲ ਉਸ ਟਾਈਮ ਦੇ ਕਾਰੀਗਰ ਨੇ ਆਪਣੀ ਮੀਨਾਕਾਰੀ ਕੀਤੀ ਹੋਈ ਹੈ। ਪਹਿਲਾਂ ਤਾਂ ਇਹਦੇ ਬਾਰੇ ਅਸੀਂ ਜਾਣਨਾ ਚਾਹਾਂਗੇ। ਹਾਂਜੀ ਬਿਲਕੁਲ ਮੈਮ, ਔਰ ਤੁਹਾਨੂੰ ਮੈਂ ਦਿਖਾਉਣਾ ਇਸ ਦੇ ਬਾਰੇ। ਜਿਵੇਂ ਤੁਸੀਂ ਸਾਹਮਣੇ ਦੇਖੋਗੇ, ਪੁਰਾਣੇ ਕਾਰੀਗਰ ਕਿੰਨੇ ਸਿਆਣੇ ਹੁੰਦੇ ਸੀ। ਤੁਸੀਂ ਆ ਇੱਕ ਛੋਟੀ ਚੀਜ਼ ਦੇਖੋ, ਇਹ ਜਿਵੇਂ ਕਿ ਫਲਾਰ ਪॉट ਬਣਿਆ ਹੋਇਆ ਹੈ। ਫਲਾਰ ਪॉट ਦੇ ਉੱਪਰ ਇੱਕ ਵੁੱਡ ਹੈ। ਵੁੱਡ ਦੇ ਉੱਪਰ ਦੇਖੋ ਫੁੱਲ ਲੱਗੇ ਹੋਏ ਨੇ ਯੈਲੋ ਕਲਰ ਦੇ। ਸੋ ਇਹਨੂੰ ਕੁੱਲ ਮਿਲਾ ਕੇ ਇਹਨੂੰ ਅਸੀਂ ਇੱਕ ਫਲਾਰ ਪॉट ਕਹਿ ਸਕਦੇ ਹਾਂ। ਦੂਸਰੀ ਸਾਈਡ 'ਚ ਨਾਗਮਣੀ ਦੇਖ ਸਕਦੇ ਹੋ। ਅੱਜ ਕੱਲ੍ਹ ਇਹ ਚੀਜ਼ਾਂ ਨਹੀਂ ਕਿਤੇ ਵੀ ਲੱਭਦੀਆਂ। ਦੇਖੋ ਬਹੁਤ ਸੋਹਣੇ ਖੂਬਸੂਰਤ ਤਰੀਕੇ ਨਾਲ 골ਡਨ ਕਲਰ 'ਚ ਨਾਗਮਣੀ ਬਣੀ ਹੋਈ ਹੈ। ਇਸੇ ਤਰੀਕੇ ਨਾਲ ਡਿਉੜੀ ਦੇ ਅੰਦਰ ਕੁਝ ਬਹੁਤ ਸੋਹਣਾ ਡਿਜ਼ਾਈਨ 골ਡਨ ਪੇਂਟ ਦੇ ਵਿੱਚ ਹੀ ਹੈ। ਔਰ ਇਸ ਡਿਉੜੀ ਦੀ ਇੱਕ ਹੋਰ ਬਹੁਤ ਹੀ ਵੱਡੀ ਖਾਸੀਅਤ, ਇਹ ਡਿਉੜੀ ਤੁਸੀਂ ਕੈਮਰੇ 'ਚ ਦੇਖੋਗੇ ਇਹਨੂੰ ਕਿ ਪਹਿਲਾਂ ਉੱਪਰੋਂ ਸ਼ੁਰੂ ਕਰੀਏ ਤਾਂ ਪਹਿਲਾਂ ਬਾਹਰ ਹੈ, ਫਿਰ ਡਿਉੜੀ ਥੋੜ੍ਹੀ ਕੁ ਅੰਦਰ ਆਉਂਦੀ ਹੈ, ਫਿਰ ਥੋੜ੍ਹੀ ਅੰਦਰ ਆਉਂਦੀ ਹੈ। ਅੰਦਰ ਆਉਂਦੀ ਆਉਂਦੀ ਸਿਰਫ ਇੱਕ ਇੱਟ ਦੇ ਬੇਸ ਤੇ ਖੜੀ ਹੈ। ਸੋ ਇਹਨੂੰ ਬਹੁਤ ਹੀ ਤਰੀਕੇ ਨਾਲ ਉਸ ਜ਼ਮਾਨੇ 'ਚ ਡਾਟ ਪਾ ਕੇ ਔਰ ਇਹਨੂੰ ਖੜਾ ਕੀਤਾ ਗਿਆ ਹੈ। ਔਰ ਇਹਦੇ ਉੱਪਰ ਬਹੁਤ ਵੱਡੀ ਬਿਲਡਿੰਗ ਵੀ ਇਸ ਦਾ ਭਾਰ ਇਸ ਦੇ ਉੱਪਰ ਪਿਆ ਹੋਇਆ ਹੈ। ਇਹ ਉੱਪਰ ਬ੍ਰਿਜ ਸੀ? ਹਾਂਜੀ ਮੈਮ, ਇਸ ਕਿਲੇ ਦੇ ਵਿੱਚ 4 ਪੌੜੀਆਂ ਨੇ। 2 ਹਿਡਨ ਪੌੜੀਆਂ ਨੇ, 2 ਬਾਹਰ ਨੇ। ਸੋ ਇਹ ਸੇਫਟੀ ਸਿਕਿਉਰਿਟੀ ਰੀਜ਼ਨ ਲਈ ਇਹ ਪੌੜੀਆਂ ਬਣਾਈਆਂ ਗਈਆਂ ਸਨ। ਹੁਣ ਫਿਰ ਕੁਝ ਫਿਰ ਅੰਦਰ ਚੱਲਾਂਗੇ ਅਸੀਂ। ਅੰਦਰ ਖੁਫੀਆ ਕਮਰੇ ਵੀ ਹੋਇਆ ਕਰਦੇ ਸੀਗੇ। ਹਾਂਜੀ ਬਿਲਕੁਲ ਮੈਮ, ਔਰ ਤੁਹਾਨੂੰ ਦਿਖਾਉਂਦੇ ਹਾਂ ਟਰਨ ਬਾਈ ਟਰਨ ਸਾਰਾ ਕੁਝ। ਤੋ ਇੱਥੇ ਮੈਂ ਪੱਖੇ ਦਾ ਜ਼ਿਕਰ ਕੀਤਾ ਸੀ, ਆਹ ਦੇਖ ਲਓ ਜੀ। ਇਹ ਉਸ ਵੇਲੇ ਦਾ ਜਿਹੜਾ ਹਵਾ ਵਾਲਾ ਪੱਖਾ ਹੈ। ਇਹਨੂੰ ਅੱਜ ਵੀ ਅਸੀਂ ਉਸੇ ਤਰੀਕੇ ਨਾਲ ਚਲਾਈਏ ਤਾਂ ਬਹੁਤ ਠੰਡੀ ਹਵਾ ਦਿੰਦਾ ਹੈ। ਤਾਂ ਫਿਰ ਇਹ ਤੁਸੀਂ ਮੋਡੀਫਾਈ ਕਰਾਇਆ ਜਾਂ ਹਲੇ ਫਿਰ ਤਾਂ ਇੱਕ ਸਾਂਭਿਆ ਹੋਇਆ ਵਾ? ਇਹ ਪੁਰਾਣਾ ਤਾਂ ਨਹੀਂ ਹੈ ਕੁਛ? ਮੈਮ, ਇਹ ਫੈਨ ਜਿਹੜਾ ਆ ਟ੍ਰੈਡੀਸ਼ਨਲ ਫੈਨ ਬਿਲਕੁਲ ਪੁਰਾਣਾ ਹੈ। ਇਹਦੇ ਉੱਪਰ ਜਿਹੜਾ ਕੱਪੜਾ ਉਹ ਨਵਾਂ ਹੈ, ਜਿਹੜਾ ਸ਼ਨੀਲ ਦਾ ਤੁਸੀਂ ਲਾਲ ਰੰਗ ਦਾ ਦੇਖ ਸਕਦੇ ਹੋ।
ਫਿਰ ਇਹਨੂੰ ਤੁਸੀਂ ਆਪ ਜਦੋਂ ਛੁੱਟੀ ਆਉਂਦੇ ਹੋ ਇੱਥੇ ਘਰ ਆਉਂਦੇ ਹੋ ਤਾਂ ਕਦੇ ਇੱਥੇ ਬਹਿ ਕੇ ਆਨੰਦ ਮਾਣਿਆ ਇਸ ਚੀਜ਼ ਦਾ? ਹਾਂਜੀ ਬਿਲਕੁਲ ਮੈਮ, ਬਿਲਕੁਲ ਬੈਠਦੇ ਹਾਂ ਅਸੀਂ ਕਦੀ ਕਦੀ ਇੱਥੇ, ਬਹੁਤ ਮਜ਼ਾ ਆਉਂਦਾ ਹੈ। ਰਾਜਾ ਮਹਾਰਾਜਾ ਲਈ ਫੀਲਿੰਗਸ ਸਾਨੂੰ ਸਾਫ਼ ਦਿਖਦੀ ਹੈ ਕਿਉਂਕਿ ਅੱਜ ਵੀ ਢਾਲ ਵੀ ਹੈ, ਕਿਰਪਾਨਾਂ ਵੀ ਹੈ, ਥਾਂ ਥਾਂ ਤੇ ਚਾਰਾਂ ਕੋਨਿਆਂ ਦੇ ਤੁਸੀਂ ਖੁੰਡੇ ਵੀ ਰੱਖੇ ਹੋਏ। ਹਾਂਜੀ ਮੈਮ, ਸਾਡੇ ਪਿੰਡ ਦਾ ਨਾਮ ਖੁੰਡਾ ਹੈ। ਸੋ ਸ਼ੁਰੂ ਤੋਂ ਹੀ ਇੱਥੇ ਅਕਸਰ ਖੁੰਡੇ ਦੇਖਣ ਨੂੰ ਮਿਲਦੇ ਸੀ। ਸੋ ਅਸੀਂ ਇਹਨਾਂ ਨੂੰ ਵੀ ਬਿਲਕੁਲ ਸਾਂਭ ਕੇ ਰੱਖਿਆ ਹੋਇਆ ਹੈ। ਦੇਖ ਸਕਦੇ ਹੋ ਇੱਕ ਪੁਰਾਣਾ ਨਗਾਰਾ, ਜਿਹੜਾ ਕਿ ਤੁਸੀਂ ਜਨਰਲੀ ਅੱਜ ਕੱਲ੍ਹ ਮੂਵੀ 'ਚ ਦੇਖਣ ਨੂੰ ਸਿਰਫ ਮਿਲਦਾ ਹੈ, ਜਿਹੜਾ ਕਿ ਲੜਾਈ ਦੇ ਦੌਰਾਨ ਯੂਜ਼ ਕੀਤਾ ਜਾਂਦਾ ਸੀ। ਇਹ ਵੀ ਦੇਖ ਸਕਦੇ ਹੋ ਤੁਸੀਂ ਇੱਥੇ। ਤੁਹਾਡੇ ਫਾਦਰ ਸਾਹਿਬ ਤੋਂ ਜਾਣਕਾਰੀ ਤੁਹਾਨੂੰ ਮਿਲੀ ਹੋਏਗੀ ਕਿ ਜਦੋਂ ਇਹ ਕਿਲ੍ਹਾ ਤਾਂ ਪੁਰਾਣਾ ਸੀ ਪਰ ਇਹਦੇ ਵਿੱਚ ਕਈ ਚੀਜ਼ਾਂ ਅਜਿਹੀਆਂ ਨੇ ਜੋ ਬਹੁਤ ਜ਼ਿਆਦਾ ਪੁਰਾਣੀਆਂ ਨੇ, ਉਸ ਵੇਲੇ ਹੁਣ ਤੱਕ ਤੁਸੀਂ ਸਾਂਭ ਕੇ ਰੱਖੀਆਂ ਹੋਈਆਂ ਨੇ। ਤਾਂ ਫਿਰ ਇਹ ਇਹਨਾਂ ਨੂੰ ਪਿਤਾ ਜੀ ਖਰੀਦ ਕੇ ਲੈ ਕੇ ਆਏ ਸੀ ਜਾਂ ਫਿਰ ਪਹਿਲਾਂ ਹੀ ਕਿਲ੍ਹੇ 'ਚ ਮੌਜੂਦ ਸੀ? ਮੈਮ, ਜਿੰਨੀਆਂ ਵੀ ਚੀਜ਼ਾਂ ਤੁਸੀਂ ਇਸ ਕਿਲ੍ਹੇ 'ਚ ਦੇਖ ਰਹੇ ਹੋ, ਇਹ ਸਾਰੀਆਂ ਦੀਆਂ ਸਾਰੀਆਂ ਹੀ ਕਿਲ੍ਹੇ ਦੇ ਵਿੱਚ ਪੁਰਾਣੀਆਂ ਨੇ। ਇਹਦੇ 'ਚ ਕੁਛ ਵੀ ਇਦਾਂ ਦਾ ਨਹੀਂ ਹੈ ਜਿਹੜਾ ਬਾਅਦ 'ਚ ਕੁਛ ਐਡ ਔਨ ਕੀਤਾ ਹੋਏ। ਅਸੀਂ ਆਮ ਤੌਰ ਤੇ ਘਰਾਂ ਦੇ ਕਿ ਬਾਹਰ ਸਾਡੇ ਖੁੱਲੇ ਵਿਹੜੇ ਹੁੰਦੇ ਨੇ, ਤਾਂ ਇਹਨੂੰ ਅਸੀਂ ਕੀ ਕਹਿ ਸਕਦੇ ਹਾਂ? ਇਹ ਕਿਲ੍ਹੇ ਦੇ ਅੰਦਰ ਵਾਲੀ ਹਵੇਲੀ ਹੈ ਮੈਮ, ਇਹਨੂੰ ਅੰਦਰ ਵਾਲੀ ਹਵੇਲੀ ਕਹਿ ਸਕਦੇ ਹਾਂ। ਔਰ ਇਸ ਤੋਂ ਅੱਗੇ ਤੁਸੀਂ ਦੇਖੋਗੇ ਜਿਵੇਂ ਇੱਕ ਪੁਰਾਣੀ ਉਲਟਾਵੀਂ ਹਲ ਹੁੰਦੀ ਸੀ ਖੇਤੀ ਲਈ, ਉਹ ਦੇਖ ਸਕਦੇ ਹੋ ਤੁਸੀਂ ਇੱਥੇ ਡਿਸਪਲੇ ਕੀਤੀ ਹੋਈ ਹੈ। ਪੁਰਾਣੀ ਹਲ ਤੋਂ ਅੱਗੇ ਤੁਸੀਂ ਪੁਰਾਣੇ ਟਰੈਕਟਰਾਂ ਨੂੰ ਖੇਤੀ ਦੇ ਦੌਰਾਨ ਜਿਹੜੇ ਚੀਜ਼ਾਂ ਨੂੰ ਯੂਜ਼ ਕੀਤਾ ਜਾਂਦਾ ਸੀ ਤੁਸੀਂ ਉਹ ਦੇਖ ਸਕਦੇ ਹੋ। ਉਸ ਤੋਂ ਅੱਗੇ ਫਿਰ ਪੁਰਾਣੇ ਜਿਹੜੇ ਵੀਲ ਹੁੰਦੇ ਸੀ ਤੁਸੀਂ ਉਹ ਦੇਖ ਸਕਦੇ ਹੋ। ਲੈਦਰ ਸੂਟ ਕੇਸਿਸ ਹੁੰਦੇ ਸੀ ਪਹਿਲਾਂ, ਅੱਜ ਕੱਲ੍ਹ ਤਾਂ ਦੂਸਰੇ ਕੱਪੜੇ ਵਾਲੇ ਸੂਟ ਕੇਸਿਸ ਆ ਗਏ, ਤੁਸੀਂ ਉਹ ਦੇਖ ਸਕਦੇ ਹੋ। ਕੁਝ ਪੁਰਾਣੇ ਸਪੈਸ਼ਲ ਧਾਤੂ ਦੇ ਯੂਟੈਂਸਿਲਸ, ਜਿਸ ਤਰ੍ਹਾਂ ਕਿ ਇਸ ਟਾਈਮ ਤੁਸੀਂ ਦੇਖ ਰਹੇ ਹੋ, ਇਹਨਾਂ ਦਾ ਬੜੇ ਸਪੈਸ਼ਲ ਜਿਹੜੇ ਬਹੁਤ ਮੈਡੀਸਨਲ ਵੈਲਿਊ ਵਾਲੇ ਹੁੰਦੇ ਸੀ। ਫਿਰ ਅੱਗੇ ਅਸੀਂ ਚੱਕੀ ਦੇਖ ਸਕਦੇ ਹੋ, ਜਿਵੇਂ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਚੱਕੀ ਕੀ ਚੀਜ਼ ਹੁੰਦੀ ਹੈ। ਸੋ ਆਹ ਦੇਖੋ ਤੁਸੀਂ ਚੱਕੀ ਦੇਖੋ ਤੁਸੀਂ, ਇਹਦੇ ਵਿੱਚ ਤੁਸੀਂ ਇੱਥੋਂ ਕਣਕ ਪਾਉਣੀ ਹੁੰਦੀ ਹੈ ਔਰ ਉਸ ਤੋਂ ਬਾਅਦ ਇਹਨੂੰ ਘੁਮਾਉਣਾ ਹੁੰਦਾ ਹੈ ਤੁਸੀਂ, ਔਰ ਬੜਾ ਈਜ਼ੀਲੀ ਕੋਈ ਵੀ ਇਹਨੂੰ ਘੁਮਾ ਸਕਦਾ ਹੈ, ਔਰ ਇਹਦਾ ਜਿਹੜਾ ਆਟਾ ਬਣ ਕੇ ਇੱਥੋਂ ਬਾਹਰ ਨਿਕਲ ਆਉਂਦਾ ਹੈ। ਸੋ ਇਹ ਸਾਰਾ ਕੁਝ ਸੰਭਿਆ ਤਾਂ ਇੱਕ ਬਹੁਤ ਸਾਰੇ ਕਮਰੇ ਸਾਨੂੰ ਨਜ਼ਰ ਆ ਰਹੇ ਕਿ ਬਹੁਤ ਕਮਰੇ ਨੇ, ਤਾਂ ਕਿੰਨੇ ਕਮਰਿਆਂ ਵਾਲਾ ਇਹ ਕਿਲ੍ਹਾ ਹੈਗਾ? ਮੈਮ, ਇਹਦੇ ਤਕਰੀਬਨ 45 ਦੇ ਕਰੀਬ ਕਮਰੇ ਨੇ ਕਿਲ੍ਹੇ 'ਚ। ਕੀ ਚੀਜ਼ ਹੈ? ਇਹ ਮੈਮ ਪੁਰਾਣਾ ਕਾਸਕ ਹੈ। ਇਹਦੇ 'ਚ ਜਿਵੇਂ ਤੁਸੀਂ ਅੱਜ ਕੱਲ੍ਹ ਦੇਖਦੇ ਹੋ, ਜਿਵੇਂ ਸਕਾਟਲੈਂਡ 'ਚ ਜਿੱਥੇ ਐਲਕੋਹਲ ਵਗੈਰਾ ਬਣਦੀ ਹੈ, ਡਿਸਟਿਲਰੀਜ਼ ਹੁੰਦੀਆਂ ਨੇ, ਤਾਂ ਉਹਨੂੰ ਲਿਕਰ ਨੂੰ ਮੈਚਿਓਰ ਕਰਨ ਲਈ ਇਹਨਾਂ ਕਾਸਕ ਵਿੱਚ ਰੱਖਿਆ ਜਾਂਦਾ ਸੀ। ਔਰ ਇਹ ਕਿਲ੍ਹੇ ਦੇ ਵਿੱਚ 2 ਕਾਸਕ ਪਏ ਨੇ ਪੁਰਾਣੇ, ਇਹਨਾਂ 'ਚ ਲਿਕਰ ਮੈਚਿਓਰ ਕੀਤੀ ਜਾਂਦੀ ਸੀ। ਔਰ ਸਾਡੇ ਧਾਰੀਵਾਲ ਇੱਕ ਨਹਿਰ ਵੀ ਹੈ, ਉਹਦੇ ਲਾਗੇ ਦੱਸਦੇ ਨੇ ਕਿ ਇਹਨਾਂ ਨੂੰ ਮਿੱਟੀ ਦੇ ਵਿੱਚ ਦੱਬਿਆ ਜਾਂਦਾ ਸੀ। ਅੱਗੇ ਤੁਸੀਂ ਦੇਖ ਸਕਦੇ ਹੋ ਨਾਗਣੀ, ਜਿਹੜਾ ਕਿ ਸਰਦਾਰ ਬਚਿੱਤਰ ਸਿੰਘ ਜੀ ਨੇ ਯੁੱਧ ਵਿੱਚ ਯੂਜ਼ ਕੀਤਾ ਸੀ। ਇਹ ਇਕਲੌਤਾ ਹਥਿਆਰ ਹੈ ਜਿਹੜਾ ਹਾਥੀ ਤੇ ਬੈਠੇ ਬੰਦੇ ਨੂੰ ਢਾਉਣ ਲਈ ਜਾਂ ਹਾਥੀ ਨੂੰ ਮਾਰਨ ਲਈ ਯੂਜ਼ ਕੀਤਾ ਜਾਂਦਾ ਸੀ ਪੁਰਾਣੇ ਜ਼ਮਾਨੇ 'ਚ। ਅੱਗੇ ਸੂਬਾ ਗੁਰਜਾ ਮੈਡਮ ਹੈ, ਔਰ ਇੱਕ ਦੂਸਰਾ ਵੀ ਹੈ ਬਿਲਕੁਲ ਉੱਪਰ, ਜੇ ਤੁਸੀਂ ਛੱਤ ਵੱਲ ਦੇਖੋ ਤਾਂ ਇੱਕ ਦੂਸਰੇ ਤਰੀਕੇ ਦਾ ਵੀ ਸੂਬਾ ਗੁਰਜ ਹੈ, ਜਿਹੜਾ ਕਿ ਚਾਰੋਂ ਤਰਫ ਘੁਮਾਇਆ ਜਾ ਸਕਦਾ, ਔਰ ਕੋਈ ਵੀ ਜੇ ਦੁਸ਼ਮਣ ਘੇਰਨਾ ਚਾਹੇ ਤਾਂ ਘੇਰ ਨਹੀਂ ਸਕੂਗਾ। ਜਿਹਦਾ ਜ਼ਿਕਰ ਕਰ ਰਹੀ ਸੀ ਕਿ ਬਹੁਤ ਸਾਰੇ ਕਮਰੇ ਸਾਨੂੰ ਨਜ਼ਰ ਆ ਰਹੇ ਨੇ, ਤਾਂ ਕਿੰਨੇ ਕਮਰਿਆਂ ਵਾਲਾ ਜਿਹੜਾ ਇਹ ਕਿਲ੍ਹਾ ਬਣਿਆ ਹੋਇਆ? ਮੈਮ, ਤਕਰੀਬਨ 45 ਦੇ ਆਸ-ਪਾਸ ਕਮਰੇ ਨੇ ਇਹਦੇ ਵਿੱਚ। ਸਾਰੇ ਤੁਸੀਂ ਵਰਤੋਂ ਕਰਦੇ ਹੋ, ਕੋਈ ਆਉਂਦਾ ਜਾਂਦਾ ਠਹਿਰਦਾ ਰਾਹੀ ਤਾਂ ਫਿਰ ਦੇਖਦਾ? ਹਾਂਜੀ ਮੈਮ, ਬਿਲਕੁਲ। ਅਕਸਰ ਕਈ ਵਾਰੀ ਜਦੋਂ ਲੋਕਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਕਾਫੀ ਲੋਕ ਇੱਥੇ ਆ ਕੇ ਰਹਿੰਦੇ ਨੇ, ਕਦੀ ਫਲੱਡਸ ਆਉਂਦੇ ਨੇ ਜਾਂ ਕਦੀ ਵੀ ਦਿੱਕਤ ਆਉਂਦੀ ਹੈ, ਤਾਂ ਅਸੀਂ ਕਿਲ੍ਹੇ ਦੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਾਂ ਹਮੇਸ਼ਾ। ਲੋਕ ਕਾਫੀ ਪਿਆਰ ਕਰਦੇ ਨੇ ਔਰ ਇੱਥੇ ਆਪਣਾ ਸਮਝ ਕੇ ਆ ਕੇ ਰਹਿੰਦੇ ਨੇ। ਕਈਆਂ ਨੂੰ ਇਹ ਹੋਏਗਾ ਸ਼ਾਇਦ ਕੋਈ ਇੱਥੇ ਰਹਿੰਦਾ ਨਹੀਂ, ਕਿਲ੍ਹਾ ਬਣਿਆ ਹੋਇਆ ਦੂਰੋਂ। ਜਦੋਂ ਅਸੀਂ ਆਏ ਸੀ ਤਾਂ ਬਹੁਤ ਸਾਰੇ ਲੋਕ ਜਿਹੜੇ ਸੀ ਇਹ ਕਿਲ੍ਹਾ ਦੇਖਣ ਆ ਰਹੇ ਸੀ, ਤਾਂ ਇਹ 24 ਘੰਟੇ ਦਰਵਾਜ਼ਾ ਖੁੱਲ੍ਹਾ ਕਿ ਜਿਹੜਾ ਮਰਜ਼ੀ ਆ ਕੇ ਦੇਖ? ਹਾਂਜੀ ਮੈਮ, ਬਿਲਕੁਲ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਕਿਲ੍ਹੇ ਦੇ ਕਸਟੋਡੀਅਨ ਹਾਂ, ਅਸੀਂ ਇਹਦੇ ਮਾਲਿਕ ਨਹੀਂ ਹਾਂ, ਔਰ ਇਸ ਕਰਕੇ ਅਸੀਂ ਇਹਦੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਾਂ, ਕਿਉਂਕਿ ਇਹ ਲੋਕਾਂ ਦਾ ਕਿਲ੍ਹਾ ਹੈ, ਲੋਕ ਇਹਨੂੰ ਕਦੇ ਵੀ ਦੇਖ ਸਕਦੇ ਨੇ। ਹੁਣ ਅਸੀਂ ਚੱਲਾਂਗੇ ਉੱਪਰ ਉੱਪਰ, ਇਹਨਾਂ ਦੇ ਜਿਹੜੇ ਕਮਰੇ ਆ ਉਹ ਦਿਖਾਉਣੇ ਆ ਕਿਸ ਤਰੀਕੇ ਨਾਲ ਬਣੇ ਹੋਏ ਨੇ।
ਆਓ ਮਨਦੀਪ ਮੈਮ, ਹੁਣ ਅਸੀਂ ਕਿਲੇ ਦੇ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ, ਔਰ ਇੱਥੇ ਜਿਹੜੀਆਂ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਨੇ ਤੁਹਾਨੂੰ ਉਹ ਦਿਖਾਉਂਦੇ ਆ। ਆ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ, ਸਾਹਮਣੇ ਥੋੜੇ ਤੀਰ ਨੇ, ਇਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਸੋਡ ਹੈ, ਬਹੁਤ ਪੁਰਾਣੀ ਸੋਡ ਹੈ, ਬਾਜ ਸੋਡ। ਤਾਂ ਇਹ ਵੀ ਦੱਸਦੇ ਨੇ ਕਿ ਯੁੱਧ ਦੇ ਦੌਰਾਨ ਇਹਦੀ ਵੀ ਵਰਤੋਂ ਕੀਤੀ ਜਾਂਦੀ ਸੀ। ਔਰ ਅਸੀਂ ਦੂਸਰੀ ਸਾਈਡ ਦੇਖ ਸਕਦੇ ਹੋ ਕਟਾਰ। ਇਹ ਜਿਹੜੇ ਵੈਪਨ ਨੇ ਇਹ ਜਿਵੇਂ ਸ਼ਿਵਾਜੀ ਦੀ ਫੌਜ ਸੀ ਜਾਂ ਸਾਡਾ ਗੁਰੀਲਾ ਵਾਰਫੇਅਰ ਸੀ, ਇਹਨਾਂ ਦੇ ਵਿੱਚ ਇਹਨਾਂ ਦੀ ਕਾਫੀ ਵੱਡੀ ਵਰਤੋਂ ਕੀਤੀ ਜਾਂਦੀ ਸੀ। ਔਰ ਤੁਸੀਂ ਦੂਸਰੇ ਪਾਸੇ ਅਲੱਗ ਤਰ੍ਹਾਂ ਦੀ ਸ਼ੀਲਡ ਸੋਡ ਦੇਖ ਸਕਦੇ ਹੋ, ਜਿਹੜੀ ਤੁਹਾਡੇ ਹੱਥ ਨੂੰ ਪ੍ਰੋਟੈਕਟ ਕਰੂਗੀ। ਔਰ ਦੂਸਰੇ ਪਾਸੇ ਤੁਸੀਂ ਇੱਕ ਹੋਰ ਸੋਡ ਦੇਖ ਸਕਦੇ ਹੋ, ਬਰਾਸ ਵਾਲੀ ਸੋਡ। ਔਰ ਇਹਦੇ ਅੱਗੇ ਤੁਸੀਂ ਦੇਖੋਗੇ ਇੱਕ ਪੇਚ ਕਵਚ, ਇਹ ਹਾਥੀ ਦੰਦ ਦਾ ਬਣਿਆ ਹੋਇਆ ਹੈ ਔਰ ਇਹਦੇ ਵਿੱਚ ਦੇਖੋ ਇੱਕ ਖੰਡਾ ਵੀ ਹੈ ਔਰ ਅੱਗੇ ਨਾਗ ਬਣਿਆ ਹੈ। ਸੋ ਇਹ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਹੋਈਆਂ ਚੀਜ਼ਾਂ, ਸਾਡੇ ਟ੍ਰੈਡੀਸ਼ਨਲ ਚੀਜ਼ਾਂ। ਔਰ ਅੱਗੇ ਤੁਹਾਨੂੰ ਮੈਂ ਕਿਲੇ ਦੇ ਅੰਦਰ ਇੱਕ ਕਮਰੇ ਦੇ ਅੰਦਰ ਲੈ ਕੇ ਜਾਣਾ ਹੈ, ਜਿਹਦੇ ਤੁਸੀਂ ਹੋਰ ਵੀ ਪੁਰਾਣੀਆਂ ਚੀਜ਼ਾਂ ਦੇਖ ਸਕੋਗੇ। ਕਿਆ ਬਾਤ ਹੈ ਜੀ, ਬਾ ਕਮਾਲ ਖੂਬਸੂਰਤ। ਵਾਕਈ ਸਾਨੂੰ ਇਹ ਲੱਗਦਾ ਕਿ ਅਸੀਂ ਉਸ ਵੇਲੇ ਰਾਜੇ ਮਹਾਰਾਜਿਆਂ ਦੇ ਘਰੇ ਆਏ ਹੋਏ ਆ। ਤੁਸੀਂ ਤਾਂ ਉਹਨਾਂ ਦੇ ਖਾਨਦਾਨ ਚੋਂ, ਤੁਹਾਡੀ ਤਾਂ ਪਿਤਾ ਪੁਰਖਿਆਂ ਦਾ ਇਹ ਘਰ ਹੈਗਾ ਆ। ਤਾਂ ਸਾਨੂੰ ਉਹ ਵਾਲਾ ਫੀਲ ਆ ਰਿਹਾ ਕਿ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਦੇਖੀਆਂ ਉਹ ਅੱਜ ਅਸੀਂ, ਸਾਡੇ ਤਾਂ ਜਾਣੇ ਨਾਲੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ, ਨਾਲੇ ਸਾਨੂੰ ਖੁਦ ਦੇਖਣ ਦਾ ਮੌਕਾ ਮਿਲਿਆ। ਹਾਂਜੀ ਮੈਮ, ਤੁਸੀਂ ਇੱਥੇ ਬਿਲਕੁਲ ਦੇਖ ਸਕਦੇ ਹੋ ਕਿ ਪੁਰਾਣੀਆਂ ਪੇਂਟਿੰਗਸ, ਹੁਣ ਜਿਵੇਂ ਤੁਸੀਂ ਇਸ ਦੇ ਵਿੱਚ ਇੱਕ ਪੇਂਟਿੰਗ ਦੇਖ ਸਕਦੇ ਹੋ, ਇਹ ਪੇਂਟਿੰਗ ਵੀ ਕਾਫੀ ਪੁਰਾਣੀ ਹੈ, ਸ਼ਾਇਦ ਇਹ ਵੀ 300 ਸਾਲ ਦੇ ਆਸ-ਪਾਸ ਹੋਊਗੀ। ਔਰ ਇੱਥੇ ਤੁਸੀਂ ਫਾਇਰ ਪਲੇਸ ਦੇਖ ਸਕਦੇ ਹੋ ਤੁਸੀਂ, ਕਿ ਇੱਥੋਂ ਕਿਸ ਤਰੀਕੇ ਨਾਲ ਪਹਿਲਾਂ ਕਮਰਿਆਂ ਨੂੰ ਗਰਮ ਕਰਨ ਲਈ ਫਾਇਰ ਪਲੇਸ ਨੂੰ ਯੂਜ਼ ਕੀਤਾ ਜਾਂਦਾ ਸੀਗਾ। ਔਰ ਇਹਨਾਂ ਕਮਰਿਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹਨਾਂ ਵਿੱਚ 6-6 7-7 ਦਰਵਾਜ਼ੇ ਨੇ। ਔਰ ਦਰਵਾਜ਼ਿਆਂ ਤੋਂ ਇਲਾਵਾ ਉੱਪਰ ਤੁਸੀਂ ਦੇਖੋਗੇ ਕਿ ਜਿਵੇਂ ਇਸ ਕਮਰੇ ਦੇ ਵਿੱਚ ਤਕਰੀਬਨ 12 ਰੋਸ਼ਨਦਾਨ ਨੇ। ਔਰ ਇਹ ਜਿਹੜੇ ਰੋਸ਼ਨਦਾਨ ਨੇ, ਧੁੱਪ ਦਾ ਬਹੁਤ ਸੋਹਣਾ ਇੱਕ ਸੋਰਸ ਹੁੰਦੇ ਸੀ। ਔਰ ਇਹਨਾਂ ਦੇ ਰਸਤੇ, ਇਹਨਾਂ ਨੂੰ ਖੋਲ ਕੇ ਇਹਨਾਂ ਦੇ ਵਿੱਚੋਂ ਹਵਾ ਵੀ ਆਉਂਦੀ ਸੀ। ਔਰ ਇਸ ਤੋਂ ਇਲਾਵਾ ਤੁਸੀਂ ਉੱਪਰ ਇੱਕ ਖੰਡਾ ਵੀ ਦੇਖ ਸਕਦੇ ਹੋ ਛੱਤ ਦੇ ਵਿੱਚ, ਜਿਹੜਾ ਕਿ ਬਿਲਕੁਲ ਕਮਰੇ ਦੇ ਮਿਡਲ 'ਚ ਟੌਪ ਤੇ ਬਣਿਆ ਹੋਇਆ ਹੈ। ਇਹ ਸਾਰੀਆਂ ਚੀਜ਼ਾਂ ਸਾਡੇ ਸਿੱਖ ਸਮਰਾਜ ਕਿਸ ਉਚਾਈਆਂ ਤੇ ਸੀ, ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਇੱਥੋਂ ਦੇਖ ਸਕਦੇ ਹੋ ਤੁਸੀਂ। ਤੁਸੀਂ ਸਾਂਭਿਆ ਬਹੁਤ ਤਰੀਕੇ ਨਾਲ ਆ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਨੂੰ ਅੱਜ ਖੁਸ਼ੀ ਹੋ ਰਹੀ ਹੈ, ਰੂਹ ਖੁਸ਼ ਹੋ ਗਈ ਹੈ ਇਹ ਚੀਜ਼ਾਂ ਦੇਖ ਕੇ। ਸਾਡੇ ਦਰਸ਼ਕ ਵੀ ਦੇਖ ਰਹੇ ਹੋਣਗੇ ਤਾਂ ਉਹਨਾਂ ਦਾ ਮਨ ਜ਼ਰੂਰ ਕਰੇਗਾ ਕਿ ਇੱਧਰ ਨੂੰ ਆਈਏ, ਕਿਉਂਕਿ ਇਹ ਅਸੀਂ ਗਵਾ ਚੁੱਕੇ ਹਾਂ ਜੀ। ਇਹ ਚੀਜ਼ਾਂ ਸਾਨੂੰ ਬਿਲਕੁਲ ਸਾਂਭਣ ਦੀ ਜ਼ਰੂਰਤ ਹੈ, ਤਾਂ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਆਉਣ ਵਾਲੀਆਂ ਪੁਸ਼ਤਾਂ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਸਮਰਾਜ ਕਿਸੇ ਜ਼ਮਾਨੇ 'ਚ ਕਿੰਨਾ ਉਚਾਈਆਂ ਤੇ ਸੀ। ਆਓ ਇੱਕ ਦੂਸਰਾ ਕਮਰਾ ਤੁਹਾਨੂੰ ਮੈਂ ਦਿਖਾਊਂਗਾ। ਕੀ ਬਾਤ ਹੈ ਜੀ। ਤੁਸੀਂ ਇਹਨਾਂ ਕਮਰਿਆਂ 'ਚ ਦੇਖੋਗੇ ਕਿ ਹਰ ਕਮਰੇ ਦੇ ਵਿੱਚ ਡੈਕੋਰੇਸ਼ਨ ਲਈ ਮਿਡਲ ਦੇ ਵਿੱਚ ਇੱਕ ਫਾਇਰ ਪਲੇਸ ਹੈ। ਔਰ ਫਾਇਰ ਪਲੇਸ ਦੇ ਉੱਪਰ ਬਹੁਤ ਸੋਹਣੇ ਡਿਜ਼ਾਈਨ ਨਾਲ ਕੁਛ ਨਾ ਕੁਛ ਬਣਿਆ ਹੋਇਆ, ਜਿਹੜਾ ਕਿ ਹਰ ਚੀਜ਼ ਦਾ ਜਿਹਦਾ ਕੁਛ ਨਾ ਕੁਛ ਮਤਲਬ ਹੈ। ਤੁਸੀਂ ਇਹ ਦੇਖ ਸਕਦੇ ਹੋ। ਤੁਸੀਂ ਇਸ ਕਮਰੇ 'ਚ ਵੀ ਦੇਖ ਸਕਦੇ ਹੋ ਕਿ ਇਸ ਕਮਰੇ ਦੇ ਵੀ ਤਕਰੀਬਨ 12 ਦਰਵਾਜ਼ੇ ਨੇ, ਸੌਰੀ 6 ਦਰਵਾਜ਼ੇ ਨੇ, 12 ਰੋਸ਼ਨਦਾਨ ਨੇ। ਔਰ ਸਾਰੀਆਂ ਚੀਜ਼ਾਂ ਹੀ ਲੜਾਈ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਟੈਕਟੀਕਲ ਤਰੀਕੇ ਨਾਲ ਬਣਾਈਆਂ ਨੇ। ਇਸ ਤੋਂ ਅੱਗੇ ਤੁਹਾਨੂੰ ਮੈਂ ਬਾਰਾਂਦਰੀ ਦਿਖਾਊਂਗਾ, ਜਿਹੜੇ ਆਮ ਨਾਮ ਰੱਖਿਆ ਹੁੰਦਾ ਬਾਰਾਂਦਰੀ। ਉਹਦਾ ਕਿਉਂ ਰੱਖਿਆ ਜਾਂਦਾ ਸੀ? ਕਿਉਂਕਿ ਉਹਦੇ 'ਚ ਹਵਾ ਦਾ ਸੋਰਸ ਬਹੁਤ ਅੱਛਾ ਹੁੰਦਾ ਸੀ ਔਰ ਗਰਮੀਆਂ ਦੇ ਵਿੱਚ ਤੰਗੀ ਨਹੀਂ। ਮਨਦੀਪ ਮੈਮ, ਅੱਗੇ ਤੁਸੀਂ ਦੇਖੋਗੇ ਜਿਹੜਾ ਬਾਰਾਂਦਰੀ ਜਿਹਨੂੰ ਕਹਿੰਦੇ ਸੀ, ਕਿ ਜਿਹੜੇ ਅਸੀਂ ਦਲਾਨ 'ਚ ਹੁਣ ਖੜੇ ਹਾਂ, ਇਹਨੂੰ ਅਸੀਂ ਬਾਰਾਂਦਰੀ ਵੀ ਕਹਿ ਸਕਦੇ ਹਾਂ। ਇਹਦੇ 'ਚ 12 ਦਰਵਾਜ਼ੇ ਨੇ। ਔਰ ਇਹਨਾਂ ਦੀ ਖਾਸੀਅਤ ਕਿਲੇ ਦੇ ਕਮਰਿਆਂ ਦੀ ਇਹ ਹੈ ਕਿ ਜਦੋਂ ਸਰਦੀ ਦਾ ਮੌਸਮ ਹੁੰਦਾ ਤਾਂ ਸਰਦੀ ਦੇ ਮੌਸਮ ਦੇ ਵਿੱਚ ਬਹੁਤ ਸਾਰੀ ਧੁੱਪ ਕਿਲੇ ਦੇ ਹਰ ਨੁੱਕਰ 'ਚ ਪਹੁੰਚ ਜਾਂਦੀ ਹੈ। ਇਹਨਾਂ ਨੂੰ ਡਾਇਰੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਇਆ ਜਾਂਦਾ ਸੀ। ਹੁਣ ਜਦੋਂ ਗਰਮੀ ਆਉਂਦੀ ਹੈ ਤਾਂ ਧੁੱਪ ਦੂਸਰੀ ਡਾਇਰੈਕਸ਼ਨ ਚਲੀ ਜਾਂਦੀ ਹੈ, ਬੈਕ ਸਾਈਡ, ਜਿਸ ਸਾਈਡ ਦਰਵਾਜ਼ੇ ਨਹੀਂ ਹੈ, ਸਿਰਫ ਚੌੜੀਆਂ ਦੀਵਾਰਾਂ ਨੇ। ਔਰ ਇਹ ਕਮਰੇ ਇਸ ਤਰੀਕੇ ਠੰਡੇ ਰਹਿੰਦੇ ਨੇ। ਬਾਤ ਹੈ, ਇਹ ਬਹੁਤ ਖੂਬਸੂਰਤ ਚੀਜ਼ ਹੈ। ਔਰ ਰਾਜੇ ਮਹਾਰਾਜਿਆਂ ਵਾਲੀ ਫੀਲਿੰਗ ਜਿਹੜੀ ਹੈ ਇੱਥੇ ਆ ਕੇ ਸਾਨੂੰ ਉਵੇਂ ਮਿਲ ਰਹੀ ਹੈ ਕਿ ਅਸੀਂ ਰਾਜੇ ਦੇ ਘਰੇ ਆਏ ਹੋਏ ਹਾਂ। ਹਾਂਜੀ ਮੈਡਮ, ਅਸੀਂ ਤਾਂ ਇਸ ਕਿਲੇ ਦੇ ਕਸਟੋਡੀਅਨ ਆ। ਇਹ ਬਜ਼ੁਰਗਾਂ ਨੇ ਚੀਜ਼ਾਂ ਬਣਾਈਆਂ ਹੋਈਆਂ ਨੇ, ਅਸੀਂ ਇਸ ਨੂੰ ਮਾਲਕ ਨਹੀਂ ਮੰਨਦੇ, ਅਸੀਂ ਆਪਣੇ ਆਪ ਨੂੰ, ਅਸੀਂ ਇਸ ਕਿਲੇ ਦੇ ਕਸਟੋਡੀਅਨ ਆ। ਸੋ ਅਸੀਂ ਉੱਪਰ ਜਾਣਾ ਚਾਹਾਂਗੇ ਕਿ ਉੱਪਰ ਕੀ ਕੁਛ ਹੈ, ਅਸੀਂ ਉੱਪਰ ਦੇਖੀਏ ਜਾ ਕੇ ਜੀ। ਹਾਂਜੀ ਮੈਡਮ, ਸ਼ੋਰ, ਤੁਹਾਨੂੰ ਮੈਂ ਉੱਪਰ ਲੈ ਕੇ ਚੱਲਦਾ ਹਾਂ।
ਉੱਥੋਂ ਬਹੁਤ ਅੱਛਾ ਵਿਊ ਔਰ ਹੋਰ ਵੀ ਕਾਫੀ ਅੱਛੀ ਜਾਣਕਾਰੀ ਤੁਸੀਂ ਦੇਖ ਪਾਓਗੇ। ਤੁਸੀਂ ਦੱਸ ਰਹੇ ਸੀ ਕਿ ਯੁੱਧ ਵੀ ਹੋਏ ਨੇ, ਜੰਗਾਂ ਵੀ ਹੁੰਦੀਆਂ ਰਹੀਆਂ ਨੇ, ਤਾਂ ਅਸੀਂ ਉਸ ਵੇਲੇ ਦੀਆਂ ਦੇਖਣਾ ਚਾਹਾਂਗੇ ਕਿ ਉਹ ਜਿਹੜੀਆਂ ਕਿਸ ਤਰੀਕੇ ਨਾਲ ਬਣਾਏ ਗਏ ਸੀਗੇ, ਕਿ ਜਦੋਂ ਅੰਦਰ ਉਹਨੂੰ ਕੀ ਕਹਿੰਦੇ ਨੇ, ਜਦੋਂ ਆਪਾਂ ਬੰਕਰਸ ਕਹਿੰਦੇ ਨੇ। ਹਾਂਜੀ ਮੈਮ, ਬਿਲਕੁਲ ਤੁਹਾਨੂੰ ਮੈਂ ਬੰਕਰਸ ਬਾਰੇ ਜਾਣਕਾਰੀ ਦਊਂਗਾ, ਟੈਕਟੀਕਲ ਤਰੀਕੇ ਨਾਲ ਕਿਵੇਂ ਕਿਲਿਆਂ ਦੇ ਵਿੱਚ ਮੋੜ ਘੋੜ ਹੁੰਦੇ ਨੇ, ਕਿ ਜੇ ਇੱਕ ਸੈਨਿਕ ਵੀ ਹੋਏ ਤਾਂ ਹਜ਼ਾਰਾਂ ਦੀ ਗਿਣਤੀ ਨੂੰ ਰੋਕ ਸਕਦਾ ਹੈ ਜਦੋਂ ਤੱਕ ਉਹ ਸੈਨਿਕ ਜਿੰਦਾ ਹੈ। ਤਾਂ ਤੁਸੀਂ ਦੇਖ ਰਹੇ ਹੋ ਇਸ ਕਿਲੇ 'ਚ ਕਿ ਬਾਰ-ਬਾਰ ਮੋੜ ਨੇ, ਛੋਟੀਆਂ ਪੌੜੀਆਂ ਨੇ, ਉੱਚੀਆਂ ਪੌੜੀਆਂ ਨੇ, ਤਾਂ ਕਿ ਦੁਸ਼ਮਣ ਆ ਜਿਹੜਾ ਆਸਾਨੀ ਨਾਲ ਇਸ ਕਿਲੇ ਨੂੰ ਫਤਿਹ ਨਾ ਕਰ ਪਾਏ। ਹੁਣ ਅਸੀਂ ਕਿਲੇ ਦੇ ਟੌਪ ਫਲੋਰ ਤੇ ਪਹੁੰਚੇ ਹਾਂ। ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇਲਾਕਾ ਬੜੇ ਆਸਾਨੀ ਨਾਲ ਤੁਸੀਂ ਚਾਰੋਂ ਤਰਫ ਇਹਦੀ ਸਰਵੇਲੈਂਸ ਕਰ ਸਕਦੇ ਹੋ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਰਵੇਲੈਂਸ ਲਈ ਕਿ ਜਦੋਂ ਦੁਸ਼ਮਣ ਅਟੈਕ ਕਰੂਗਾ ਤੁਸੀਂ ਉਹਨੂੰ ਦੇਖ ਸਕੋ ਪਰ ਦੁਸ਼ਮਣ ਤੁਹਾਨੂੰ ਨਾ ਦੇਖ ਸਕੇ। ਤੁਸੀਂ ਜੇ ਇੱਕ ਪਾਰਟਿਕੂਲਰ ਇੱਕ ਇੱਕ ਹਿੱਸੇ ਨੂੰ ਤੁਸੀਂ ਲਓ, ਇਸ ਨੂੰ ਦੇਖੋਗੇ ਕਿ ਇਹਦੇ 'ਚ ਕੁਝ ਸੁਰਾਖ ਥੱਲੇ ਨੂੰ ਨੇ, ਕੁਝ ਸੁਰਾਖ ਸਾਈਡ 'ਚ ਨੇ, ਕੁਝ ਸੁਰਾਖ ਮਤਲਬ ਚਾਰੇ ਡਾਇਰੈਕਸ਼ਨਸ ਉੱਪਰ ਥੱਲੇ ਸਾਰੀਆਂ ਇੱਕ ਥਾਂ ਤੇ ਜਰੋਖੇ 'ਚ ਬੈਠ ਕੇ ਤੁਸੀਂ ਦੇਖ ਸਕਦੇ ਹੋ। ਇਹਦੇ ਨਾਲ ਹਵਾ ਵੀ ਆਉਂਦੀ ਹੈ ਔਰ ਦੁਸ਼ਮਣ ਤੁਹਾਨੂੰ ਦੇਖਣ 'ਚ ਕਾਮਯਾਬ ਨਹੀਂ ਹੁੰਦਾ ਔਰ ਤੁਸੀਂ ਦੁਸ਼ਮਣ ਨੂੰ ਦੇਖਣ 'ਚ ਕਾਮਯਾਬ ਹੋ ਜਾਂਦੇ ਹੋ। ਕਿ ਉਸ ਵੇਲੇ ਕਾਰੀਗਰ ਨੇ ਇਹ ਪੂਰਾ ਸੋਚ ਕੇ ਬਣਾਇਆ ਕਿ ਅਸੀਂ ਇੱਥੇ ਜੰਗਾਂ ਯੁੱਧ ਵੀ ਹੋਣੇ ਨੇ, ਤਾਂ ਘਰ ਉਸ ਤਰੀਕੇ ਨਾਲ ਤਿਆਰ ਕਰੋ ਕਿ ਦੂਰੋਂ ਫੌਜਾਂ ਜੇ ਚੜ੍ਹਾਈ ਕਰਦੀਆਂ ਆਉਂਦੀਆਂ ਨੇ ਤਾਂ ਨਜ਼ਰ ਆਉਣ। ਹਾਂਜੀ ਬਿਲਕੁਲ ਮੈਮ, ਕਈ ਵਾਰੀ ਅਸੀਂ ਦੇਖਦੇ ਹਾਂ ਰਾਜਸਥਾਨ ਸਾਡੇ ਬਹੁਤ ਸਾਰੇ ਟੂਰਿਸਟ ਜਾਂਦੇ ਨੇ ਔਰ ਉੱਥੇ ਬਹੁਤ ਸਾਰੇ ਕਿਲੇ ਦੇਖਦੇ ਨੇ। ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਜਿਹੜੇ ਵੀ ਹਿੰਦੁਸਤਾਨ ਦੇ ਬਹੁਤ ਖੂਬਸੂਰਤ ਟੈਕਟੀਕਲ ਤਰੀਕੇ ਨਾਲ ਯੁੱਧ ਲਈ ਬਣੇ ਹੋਏ ਕਿਲੇ ਨੇ, ਉਹਨਾਂ ਨੂੰ ਜੇ ਤੁਸੀਂ ਇਸ ਕਿਲੇ ਨਾਲ ਕੰਪੇਅਰ ਕਰੋ ਤਾਂ ਇਸ ਕਿਲੇ ਦੇ ਵਿੱਚ ਵੀ ਹਰ ਇੱਕ ਚੀਜ਼ ਉਹ ਹੈ ਜਿਹੜੀ ਕਿ ਇੱਕ ਟੈਕਟੀਕਲੀ ਕਿਲੇ 'ਚ ਹੋਣੀ ਚਾਹੀਦੀ ਹੈ। ਤੁਸੀਂ ਇੱਥੇ ਦੇਖ ਰਹੇ ਹੋ ਸਾਹਮਣੇ ਕਿ ਜਿਵੇਂ ਇਹ ਮਸ਼ਾਲਾਂ, ਉਸ ਜ਼ਮਾਨੇ ਦੀਆਂ ਮਸ਼ਾਲਾਂ ਇਹ ਕਿਲੇ ਦੇ ਚਾਰੋਂ ਪਾਸੇ ਹੁੰਦੀਆਂ ਸਨ। ਇਹਦੇ 'ਚ ਤੇਲ ਪਾ ਕੇ ਰਾਤ ਨੂੰ ਇਹਨਾਂ 'ਚ ਅੱਗ ਜਲਾਈ ਜਾਂਦੀ ਸੀ ਤਾਂ ਕਿ ਜੇ ਕੋਈ ਦੁਸ਼ਮਣ ਹੋਏ ਤਾਂ ਉਹਨੂੰ ਤੁਸੀਂ ਆਇਡੈਂਟੀਫਾਈ ਕਰ ਸਕੋ। ਉਸੇ ਤਰੀਕੇ ਨਾਲ ਅਸੀਂ ਇਸ ਟਾਈਮ ਬਿਲਕੁਲ ਥੜੇ ਤੇ ਖੜੇ ਹਾਂ। ਇਹਦਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਰ ਇੱਕ ਚੀਜ਼ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਣੀ ਹੋਈ ਹੈ। ਇਹਦੀ ਉਚਾਈ ਕਿੰਨੀ ਹੋ ਸਕਦੀ ਹੈ? ਮੈਮ ਐਗਜ਼ੈਕਟ ਇਹਦੀ ਮੈਂ ਤੁਹਾਨੂੰ ਹਾਈਟ ਨਹੀਂ ਦੱਸ ਪਾਊਂਗਾ, ਪਰ ਜਿੱਥੇ ਕਿਲਾ ਸ਼ੁਰੂ ਹੁੰਦਾ ਹੈ ਉੱਥੇ ਲੋਕਾਂ ਦਾ ਸੈਕਿੰਡ ਫਲੋਰ ਦਾ ਘਰ ਖਤਮ ਹੁੰਦਾ ਹੈ। ਸੋ ਉਹਦੇ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿੰਨਾ 5 ਸਟੋਰੀ ਘਰ ਦੀ ਹਾਈਟ ਹੁੰਦੀ ਹੋਊਗੀ ਉਹਦੇ ਨਾਲੋਂ ਜ਼ਿਆਦਾ ਇਸ ਕਿਲੇ ਦੀ ਹਾਈਟ ਹੈ। ਬਿਲਕੁਲ ਜੀ, ਜੇਕਰ ਜ਼ਿਕਰ ਕਰੀਏ ਕਿ ਬਹੁਤ ਦੂਰ ਤੱਕ ਨਿਗਾਹ ਜਾਂਦੀ ਹੈ ਜਦੋਂ ਇੱਥੇ ਕਿਸੇ ਨੇ ਆਉਣਾ ਹੋਵੇ। ਹਾਂਜੀ ਮੈਮ, ਜਿਵੇਂ ਕਿ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਕਿ ਅਸੀਂ ਬਿਲਕੁਲ ਟੌਪ ਫਲੋਰ ਤੇ ਹਾਂ ਔਰ ਚਾਰੋਂ ਪਾਸੇ ਤੁਸੀਂ ਆਸਾਨੀ ਨਾਲ ਸਾਰੀ ਸਰਵੇਲੈਂਸ ਕਰ ਸਕਦੇ ਹੋ। ਦੂਰੋਂ ਦੂਰੋਂ ਆਉਂਦਾ ਵੀ ਕੋਈ ਵੀ ਇਨਸਾਨ ਤੁਸੀਂ ਉਸ ਨੂੰ ਦੇਖ ਸਕਦੇ ਹੋ। ਦੂਰੋਂ ਦੂਰੋਂ ਪੂਰਾ ਪਿੰਡ ਇੱਥੋਂ ਜਿਹੜਾ ਵਾ ਇਸ ਵੇਲੇ ਨਜ਼ਰ ਆਉਂਦਾ ਹੈ। ਤਾਂ ਉਹਨਾਂ ਵੇਲਿਆਂ ਦੇ ਵਿੱਚ ਲਾਗੇ ਇੰਨੇ ਘਰ ਤਾਂ ਨਹੀਂ ਹੁੰਦੇ ਸੀ, ਕਿਉਂਕਿ ਮਹਿਲਾਂ ਦੇ ਰਾਜੇ ਮਹਾਰਾਜਾਂ ਦਾ ਇੱਥੇ ਵਾਸ ਹੁੰਦਾ ਸੀ, ਤਾਂ ਦੂਰ ਦੂਰ ਘਰ ਬਣੇ ਹੁੰਦੇ ਸੀ ਤੇ ਇੱਥੇ ਫੌਜਾਂ ਹੁੰਦੀਆਂ ਸੀ। ਤਾਂ ਉਸ ਤਰੀਕੇ ਦੇ ਨਾਲ ਆਹ ਜਿਹੜੀਆਂ ਚੀਜ਼ਾਂ ਨਾ ਅਸੀਂ ਹੁਣ ਜ਼ਿਆਦਾਤਰ ਦੇਖ ਪਾਉਂਦੇ ਹਾਂ ਕਿ ਹੁਣ ਰੀਸੈਂਟ ਬਣ ਰਹੀਆਂ ਨੇ, ਇਹ ਵੀ ਬਹੁਤ ਪੁਰਾਣੀ ਹੈ। ਹਾਂਜੀ ਮੈਮ, ਬਿਲਕੁਲ ਜੋ ਵੀ ਇਹ ਕਿਲੇ ਤੁਸੀਂ ਦੇਖ ਰਹੇ ਹੋ ਇਹ ਸਾਰਾ ਕੁਝ ਪੁਰਾਣਾ ਹੀ ਹੈ। ਬਿਲਕੁਲ ਜੀ, ਹੁਣ ਜੋ ਸਾਨੂੰ ਇੱਥੇ ਲੈ ਕੇ ਆਏ ਨੇ, ਇਹ ਖੋਜ ਕਿਹਨੇ ਕੀਤੀ ਹੈ, ਸਾਡੇ ਤਾਈਂ ਕਿਹਨਾਂ ਨੇ ਪਹੁੰਚਾਇਆ, ਅਸੀਂ ਉਹਨਾਂ ਦਾ ਜ਼ਿਕਰ ਕਰਾਂਗੇ। ਸਾਡੇ ਨਾਲ ਨੇ ਇੰਦਰਜੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਬਹੁਤ ਸਾਰੇ ਬਟਾਲਾ ਸ਼ਹਿਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਜਿਹੜੀਆਂ ਚੀਜ਼ਾਂ ਬਟਾਲੇ ਸ਼ਹਿਰ ਦੇ ਵਿੱਚੋਂ ਅਲੋਪ ਹੋ ਰਹੀਆਂ ਸੀ। ਹਾਲਾਂਕਿ ਕਹਿੰਦੇ ਸੀ ਕਿ ਬਟਾਲਾ ਸ਼ਹਿਰ ਜਿਹੜਾ ਸਨਅਤੀ ਸ਼ਹਿਰ ਆ, ਪਰ ਐਡਾ ਵੱਡਾ ਜੋ ਇਤਿਹਾਸ ਹੈ ਮੱਝ ਦੀ ਧਰਤੀ ਤੇ ਕਿਤੇ ਨਹੀਂ ਮਿਲਣਾ ਹੈਗਾ ਇੰਨਾ ਵੱਡਾ ਇਤਿਹਾਸ। ਤਾਂ ਸਾਰਾ ਇੰਦਰਜੀਤ ਹੋਣਾ ਨੇ ਜਦੋਂ ਖੋਜਿਆ, ਪਤਾ ਚੱਲਿਆ, ਤਾਂ ਅਸੀਂ ਤੁਹਾਡੇ ਰੂਬਰੂ ਕਰਦੇ ਆਏ ਹਾਂ। ਤਾਂ ਗੱਲਬਾਤ ਕਰਦੇ ਹਾਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਫੇਰ ਸਮਾਂ ਕੱਢ ਕੇ ਇੱਥੇ ਆਏ ਜੀ, ਮਿਹਰਬਾਨੀ। ਜੀ ਸ਼ੁਕਰੀਆ ਸਰ। ਗੱਲ ਕਰਾਂਗੇ ਕਿ ਜਿੱਦਾਂ ਤੁਸੀਂ ਇਹ ਲੱਭਦੇ ਰਹਿੰਦੇ ਹੋ ਬੜੀਆਂ ਸਾਰੀਆਂ ਚੀਜ਼ਾਂ, ਇੱਥੇ ਨਜ਼ਰ ਕਿਵੇਂ ਪੈਂਦੀ ਹੈ? ਐਕਚੁਅਲੀ ਲੱਭਣ ਵਾਲੀ ਗੱਲ ਵੀ ਨਹੀਂ ਜੀ, ਇਹ ਸਾਰਾ ਕੁਝ ਹੈ ਹੀ ਆ। ਉਹ ਵੱਖਰੀ ਗੱਲ ਹੈ ਕਿ ਅਸੀਂ ਬੇਧਿਆਨੇ ਹੋ ਕੇ ਕਿਸੇ ਚੀਜ਼ ਦੇ ਲਾਗੋਂ ਲੰਘ ਜਾਂਦੇ ਆ, ਤੇ ਜੇ ਥੋੜ੍ਹਾ ਜਿਹਾ ਵੀ ਆਪਾਂ ਦੇਖੀਏ ਵੀ ਇਹ ਚੀਜ਼ ਕੀ ਆ, ਤਾਂ ਫਿਰ ਉਹ ਇੱਕ ਮਨ 'ਚ ਜਾਗਰਤ ਹੁੰਦੀ ਆ, ਵੀ ਇੱਛਾ ਹੁੰਦੀ ਆ ਵੀ ਜਾਣੀਏ ਕੀ ਚੀਜ਼ ਆ। ਸਿਰਫ ਉਨੀ ਕੀ ਗੱਲ ਹੀ ਆ, ਉਨੀ ਕਿ ਆਪਣੇ 'ਚ ਚੇਤਨਾ ਲਿਆਉਣ ਦੀ ਲੋੜ ਆ ਵੀ ਕੋਈ ਵੀ ਚੀਜ਼ ਦੇ ਲਾਗੋਂ ਆਪਾਂ ਗੁਜ਼ਰ ਰਹੇ ਹਾਂ, ਵੇਖੀਏ ਵੀ ਹੈ ਕੀ ਆ।
ਤੱਕ ਮੈਨੂੰ ਜਿੰਨੀਆਂ ਚੀਜ਼ਾਂ ਨਾਲ ਮਿਲਾਇਆ ਜਾਂ ਅਸੀਂ ਦਰਸ਼ਕਾਂ ਦੇ ਰੂਬਰੂ ਕੀਤੀਆਂ ਨੇ, ਅਸੀਂ ਉਹ ਦੇਖਿਆ ਕਿ ਬਿਲਕੁਲ ਢਹਿ ਢੇਰੀ ਹੋ ਗਈਆਂ, ਖੰਡਰਾਂ 'ਚ ਤਬਦੀਲ ਹੋ ਗਈਆਂ, ਕਿਤੇ ਨਾਮੋ ਨਿਸ਼ਾਨ ਹੀ ਨਹੀਂ ਰਹਿ ਗਿਆ, ਕਿਉਂਕਿ ਵੱਡਾ ਵੱਡਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦਾ, ਮਾਤਾ ਸਦਾ ਕੌਰ ਹੋਣਾ ਦਾ, ਮਹਾਰਾਣੀ ਚੰਦ ਕੌਰ ਹੋਣਾ ਦਾ, ਖੜਕ ਸਿੰਘ ਹੋਣਾ ਦਾ, ਦਲੀਪ ਸਿੰਘ ਹੋਣਾ ਦਾ, ਤਾਂ ਉਹ ਸਾਨੂੰ ਅੱਜ ਤੱਕ ਕਦੇ ਪੂਰਾ ਨਹੀਂ ਮਿਲਿਆ, ਤਾਂ ਹਮੇਸ਼ਾ ਅਧੂਰਾ ਹੀ ਮਿਲਿਆ ਹੈ। ਤਾਂ ਮੈਨੂੰ ਲੱਗਦਾ ਆਹ ਦੂਜੀ ਕੋਠੀ ਹੋਣੀ ਹੈ ਜਿਹੜੀ ਜਾਂ ਕਿਲਾ ਹੋਣਾ ਜਿਹੜਾ ਸਾਨੂੰ ਸਹੀ ਸਲਾਮਤ ਮਿਲੇ। ਬਿਲਕੁਲ ਜੀ, ਇੱਕ ਬੜੀ ਹੈ ਤਸੱਲੀ ਵਾਲੀ ਅੱਜ ਡਾਕੂਮੈਂਟਰੀ ਸਾਡੇ ਦਰਸ਼ਕ ਦੇਖ ਰਹੇ ਆ। ਆਪਾਂ ਜਿੱਥੇ ਵੀ ਜਾਂਦੇ ਹਾਂ, ਜਦੋਂ ਸਿੱਖ ਰਾਜ ਦੀਆਂ ਬਿਲਡਿੰਗਾਂ ਦਿਖਾਉਂਦੇ ਆ ਤਾਂ ਉਹ ਖੰਡਰ ਹੋਈਆਂ ਹੁੰਦੀਆਂ, ਕੋਈ ਬੇਆਬਾਦ ਨੇ। ਬਟ ਇਹ ਵਾਲਾ ਵੇਖ ਕੇ ਮਨ ਨੂੰ ਤਸੱਲੀ ਹੁੰਦੀ ਆ ਕਿ ਕਰਨਲ ਸਾਹਿਬ ਹੋਣਾ ਤੇ ਉਹਨਾਂ ਦੇ ਪਰਿਵਾਰ ਨੇ, ਜਿਹੜੇ ਕਿ ਘਨੱਈਆ ਮਿਸਲ ਦੇ ਅੱਗੋਂ ਵਾਰਸ ਨੇ, ਉਹਨਾਂ ਨੇ ਆਪਣੀ ਵਿਰਾਸਤ ਨੂੰ ਬਹੁਤ ਖੂਬਸੂਰਤੀ ਦੇ ਨਾਲ ਸਾਂਭਿਆ ਵਾ। ਇੱਥੋਂ ਤੱਕ ਕਿ ਹੁਣ ਤੇ ਇਹਨਾਂ ਨੇ ਇੱਕ ਹੋਰ ਵੀ ਇਹਦੇ ਵਿੱਚ ਚੇਂਜ ਕਰਕੇ, ਮਤਲਬ ਚੇਂਜ ਇਸ ਤਰੀਕੇ ਨਾਲ ਵੀ ਇਹਨੂੰ ਇੱਕ ਇਸ ਤਰੀਕੇ ਨਾਲ ਡਿਵੈਲਪ ਕਰ ਰਹੇ ਆ ਵੀ ਲੋਕ ਵੇਖਣ ਆਉਣ, ਕਿਉਂਕਿ ਇਹ ਸਾਡਾ, ਜਿਵੇਂ ਕਿ ਇਹਨਾਂ ਨੇ ਪਹਿਲਾਂ ਵੀ ਕਿਹਾ ਵੀ ਇਹ ਕਸਟੋਡੀਅਨ ਆ। ਬੇਸ਼ੱਕ ਮਤਲਬ ਜੇ ਕਾਗਜ਼ੀ ਪੱਤਰੀ ਵੇਖੀਏ ਤਾਂ ਮਾਲਕ ਇਹੋ ਹੀ ਨੇ, ਬਟ ਜਦੋਂ ਆਪਾਂ ਵਿਰਸੇ ਦੀ ਗੱਲ ਕਰਦੇ ਹਾਂ, ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਉਹ ਜਿੰਨਾ ਕਰਨਲ ਸਾਹਿਬ ਉਹਨਾਂ ਨੂੰ ਇੱਥੇ ਮਾਣ ਆ, ਉਨਾ ਹੀ ਮਾਣ ਸਾਨੂੰ ਵੀ ਆ। ਅਤੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਹੈ ਕਿ ਇਹਨੂੰ ਵਿਰਸੇ ਨਾਲ ਲੋਕਾਂ ਨੂੰ ਜੋੜਨ ਦਾ, ਕਿਉਂਕਿ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਅਤੇ ਸਾਡੇ ਕੋਲ ਇੱਧਰ ਦਿਖਾਉਣ ਵਾਲੀ ਬਹੁਤ ਘੱਟ ਮੋਨੂਮੈਂਟਸ ਨੇ ਜਿਹੜੇ ਆਪਾਂ ਦਿਖਾ ਸਕੀਏ ਵੀ ਇਹ ਸਿੱਖ ਰਾਜ ਦੀ ਸ਼ਾਨ ਰਹੇ ਨੇ। ਬਹੁਤੇ ਖੰਡਰ ਹੋ ਗਏ, ਬਟ ਇਹ ਅੱਜ ਵੇਖ ਕੇ ਦਰਸ਼ਕਾਂ ਨੇ ਵੀ ਵੇਖਿਆ ਸਾਰਾ, ਤੇ ਜ਼ਰੂਰ ਮਨ ਨੂੰ ਤਸੱਲੀ ਹੋਈ ਹੋਵੇਗੀ। ਅਤੇ ਇਹ ਮਤਲਬ ਜਿਹੜੇ ਤਰੀਕੇ ਨਾਲ ਇਹਨਾਂ ਦੀ ਸਾਂਭ ਸੰਭਾਲ ਕਰ ਰਹੇ ਆ, ਇਹ ਆਉਣ ਵਾਲੀਆਂ ਸਦੀਆਂ ਤੱਕ ਜਿਹੜਾ ਇਹ ਇੱਕ ਮਤਲਬ ਰਿਟਰਨ ਅੱਖੀ ਦੇਖਿਆ ਜਿਹੜਾ ਪ੍ਰਤੱਖ ਪ੍ਰਮਾਣ ਆ ਉਹ ਆ ਜੀ। ਹੁਣ ਤੱਕ ਅਸੀਂ ਬੜੀ ਕਵਰੇਜ ਕਰ ਚੁੱਕੇ ਹਾਂ, ਤੇ ਅੱਜ ਮੈਨੂੰ ਲੱਗਦਾ ਕਿ ਦੂਜਾ ਕਿਲਾ ਇੱਕ ਅਸੀਂ ਸ਼ਾਮ ਸਿੰਘ ਅਟਾਰੀ ਹੋਣਾ ਦਾ ਕੀਤਾ ਸੀ, ਉਹ ਬਚਿਆ ਹੋਇਆ ਹੈ, ਤੇ ਦੂਜਾ ਇਹ ਘਨੱਈਆ ਮਿਸਲ ਦੇ ਵਾਰਸਾਂ ਨੇ ਜਿਹੜਾ ਸਾਂਭ ਕੇ ਰੱਖਿਆ ਹੋਇਆ। ਸੋ ਆਓ ਹੁਣ ਤੁਹਾਨੂੰ ਅਸੀਂ ਪੂਰਾ ਜਿਹੜਾ ਖੁੰਡਾ ਪਿੰਡ ਆ ਉਹ ਦਿਖਾਉਂਦੇ ਆ, ਉੱਪਰ ਚੱਲਦੇ ਆਪਾਂ। ਸੋ ਜੂਨ ਮਹੀਨਾ, ਗਰਮੀ ਬਹੁਤ ਤੇਜ਼ ਹੈ, ਔਰ ਇਸ ਵੇਲੇ ਅਸੀਂ ਬਿਲਕੁਲ ਟੌਪ ਫਲੋਰ ਤੇ ਆਏ ਹੋਏ ਹਾਂ। ਤਾਂ ਮੈਨੂੰ ਰੂਹ ਮੇਰੀ ਕਿੱਦਾਂ ਖੁਸ਼ ਹੋ ਰਹੀ, ਆਲੇ ਦੁਆਲੇ ਦੇਖੋ ਪਿੰਡ ਖੁੰਡਾ ਦੇਖ ਕੇ, ਦੂਰ ਦੂਰ ਤੱਕ ਜਿਹੜੇ ਸਾਨੂੰ ਸਾਰੇ ਘਰ ਨਜ਼ਰ ਆਉਂਦੇ ਨੇ। ਤਾਂ ਇੰਦਰਜੀਤ ਜੀ, ਜੇਕਰ ਅਸੀਂ ਗੱਲ ਕਰੀਏ ਤਾਂ ਉਸ ਵੇਲੇ ਜਿਹੜੇ ਇੱਥੇ ਪਹਿਰੇਦਾਰ ਖੜ੍ਹਦੇ ਹੋਣਗੇ, ਉਹਨਾਂ ਦੀ ਨਿਗਾਹਾਂ ਬੜੀਆਂ ਤੇਜ਼ ਰਹਿੰਦੀਆਂ ਹੋਣਗੀਆਂ। ਬਿਲਕੁਲ ਜੀ, ਜਿਹੜੇ ਸਾਡੇ ਕਿਲੇ ਆ, ਤੁਸੀਂ ਦੇਖਿਆ ਹੈਗਾ ਹਮੇਸ਼ਾ ਹੀ ਉੱਚੇ ਥਾਂ 'ਤੇ ਬਣਦੇ, ਇੱਕ ਉੱਚੇ ਥਾਂ 'ਤੇ ਬਣਦੇ, ਅਤੇ ਉਸ ਤਰ੍ਹਾਂ ਵੀ ਜਿਹੜੀ ਇਮਾਰਤ ਸੀ ਉਹ ਵੀ ਉੱਚੀ ਬਣਦੀ ਸੀ। ਇੱਥੋਂ ਅਸੀਂ ਦੇਖ ਕੇ ਕਈ ਕਿਲੋਮੀਟਰ ਤੱਕ ਦੂਰ ਆਪਾਂ ਨਜ਼ਰ ਦੇਖ ਸਕਦੇ ਹਾਂ। ਹੁਣ ਇੱਧਰ ਦੀ ਆਪਾਂ ਇਸ ਸਾਈਡ ਨੂੰ ਦੇਖੀਏ, ਜਿਹੜੇ ਸਫੈਦੇ ਆ, ਇਹ ਪੁਰਾਣਾ ਜਿਹੜਾ GT ਰੋਡ ਸੀ, ਇਹ ਸੀ। ਜਦੋਂ ਆਪਾਂ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਂਦੇ ਆ, ਮਹਾਰਾਜਾ ਰਣਜੀਤ ਸਿੰਘ ਵੀ ਜਦੋਂ ਜਾਂਦੇ ਸੀ, ਦੀਨਾਨਗਰ ਜਾਂਦੇ ਹੁੰਦੇ ਸੀ, ਤਾਂ ਇਹੋ ਰੂਟ ਸੀ। ਜਾਂ ਜਦੋਂ ਕਿਤੇ ਹਮਲਾਵਰ ਵੀ ਆਉਣੇ ਇੱਧਰਲੀ ਸਾਈਡ ਤੋਂ, ਅਫਗਾਨ ਆਉਣੇ ਜਾਂ ਕਦੋਂ ਆਉਣੇ, ਉਹ ਸਾਰਿਆਂ ਦੇ ਵੇਖੋ ਇੱਥੋਂ ਖੜ੍ਹ ਕੇ ਬੜੀ ਬੜੀ ਦੂਰ ਤੱਕ ਨਜ਼ਰ ਜਾਂਦੀ ਸੀ। ਜੇ ਕੋਈ ਮਤਲਬ ਹਮਲਾ ਵੀ ਕਰਦਾ ਸੀ ਅਤੇ ਉਹ ਦੁਸ਼ਮਣ ਨੂੰ ਇੱਥੋਂ ਮਾਰਨਾ ਬੜਾ ਆਸਾਨ ਸੀ। ਵੱਖ-ਵੱਖ ਥਾਈਂ ਮੋਰਚਾਬੰਦੀ ਸੀ, ਅਤੇ ਇਹ ਇੱਕ ਆਪਣੇ ਆਪ ਜੇ ਕਿਨੇ ਵੇਖਣਾ ਹੋਵੇ ਨਾ ਵੀ ਸਿੱਖਾਂ ਦੀ ਯੁੱਧ ਕਲਾ ਕੀ ਸੀ, ਉਹਨਾਂ ਦੇ ਕਿਲਿਆਂ ਦੇ ਵਿੱਚ ਕਿੱਦਾਂ ਦਾ ਮਤਲਬ ਪ੍ਰਬੰਧ ਸੀ, ਅਤੇ ਇੱਕ ਬੈਸਟ ਜਿਹੜੀ ਮਿਸਾਲ ਆ ਇਹ ਕਿਲਾ ਵਾ। ਇਹ ਆ ਕੇ ਸਗੋਂ ਜੇ ਕੋਈ ਇਤਿਹਾਸ ਦੇ ਖੋਜੀ ਆ ਜਾਂ ਜਾਣਨਾ ਚਾਹੁੰਦੇ ਆ, ਅਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਜ਼ਰੂਰ ਖੁੰਡਾ ਪਿੰਡ 'ਚ, ਜਿਹੜਾ ਧਾਰੀਵਾਲ ਦੇ ਨਾਲ ਹੀ ਜ਼ਿਲ੍ਹਾ ਗੁਰਦਾਸਪੁਰ 'ਚ ਆ, ਜ਼ਰੂਰ ਆ ਕੇ ਦੇਖਣ, ਕਿਉਂਕਿ ਸਾਡੀ ਜਿਹੜਾ ਇੱਕ ਸਾਨੂੰ ਅਸੀਂ ਮਾਣ ਕਰਦੇ ਹਾਂ ਨਾ ਜਿਹੜੇ ਵਿਰਸੇ 'ਤੇ, ਕਿ ਸਾਡੇ ਬਜ਼ੁਰਗਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੀਆਂ ਬਹਾਦਰੀਆਂ ਕੀਤੀਆਂ, ਉਹ ਇੱਥੇ ਆ ਕੇ ਰੂਬਰੂ ਵੇਖੀਆਂ ਜਾ ਸਕਦੀਆਂ। ਤੁਸੀਂ ਸਾਡੇ ਨਾਲ ਥੋੜਾ ਸਮਾਂ ਹੋਰ ਰਹਿਣਾ ਹੈ, ਜੁੜੇ ਰਹਿਣਾ, ਕਿਉਂਕਿ ਇੱਕ ਚੀਜ਼ ਬੜੀ ਬਾਕਮਾਲ ਰਹਿੰਦੀ ਦਿਖਾਉਣ ਵਾਲੀ, ਕਿ ਉਸ ਵੇਲੇ ਜਦੋਂ ਲੜਾਈ ਹੁੰਦੀ ਸੀ ਤਾਂ ਕਿਵੇਂ ਬੰਕਰਾਂ ਦੇ ਵਿੱਚੋਂ ਗੋਲੀਆਂ ਜਿਹੜੀਆਂ ਚਲਾਈਆਂ ਜਾਂਦੀਆਂ ਸੀ, ਉਹ ਕਿੱਥੇ ਬਣਿਆ ਹੋਇਆ। ਆਓ ਹੁਣ ਤੁਹਾਨੂੰ ਨੀਚੇ ਲੈ ਕੇ ਚੱਲਾਂਗੇ। ਸੋ ਪੂਰਾ ਜਿਹੜਾ ਇਸ ਵੇਲੇ ਕਿਲਾ ਘੁੰਮਦੇ ਘੁੰਮਦੇ ਅਸੀਂ ਜਿਹੜੇ ਇੱਕ ਹੋਰ ਕਮਰੇ 'ਚ ਦਾਖਲ ਹੋਏ ਆ। ਇੱਥੋਂ ਦੇ
ਤੁਹਾਨੂੰ ਮੁਲਾਕਾਤ ਕਰਾਂਗੇ ਮਾਤਾ ਜੀ ਨਾਲ। ਹਾਲਾਂਕਿ ਨਾਲ ਬੱਚੇ ਬੜੇ ਪਿਆਰੇ ਪਿਆਰੇ ਬੈਠੇ ਨੇ, ਸਾਰੇ ਬੱਚੇ ਖੇਡਣ ਵੀ ਆਏ ਨੇ, ਪੂਰਾ ਪਰਿਵਾਰ ਇਸ ਵੇਲੇ ਮੌਜੂਦ ਹੈ। ਉਧਰ ਵੀ ਤਸਵੀਰ ਦਿਖਾਵਾਂਗੇ, ਮਾਤਾ ਜੀ ਹੁਣਾਂ ਦੀ ਵੀ ਦਿਖਾਵਾਂਗੇ, ਇਹਦੇ ਪਿੱਛੇ ਵੀ ਤਸਵੀਰ ਜ਼ਰੂਰ ਦਿਖਾਓ। ਕੈਮਰਾਮੈਨ ਨੂੰ ਕਹਾਂਗੇ ਕਿ ਪੂਰੀ ਇਸ ਵੇਲੇ ਫੈਮਿਲੀ ਮੌਜੂਦ ਹੈ ਤੇ ਇਹ ਅਗਲੇ ਵਾਰਿਸ ਨੇ, ਇਹ ਜਿਹੜੇ ਇਸ ਕਿਲੇ ਦੇ ਵਾਰਿਸ ਨੇ, ਇਹ ਵੱਡੇ ਹੋਣਗੇ ਤਾਂ ਇਹਨਾਂ ਨੇ ਆਪਣੇ ਗਾਂ ਬੱਚਿਆਂ ਨੂੰ ਦੱਸਣਾ ਹੈ ਕਿਸ ਤਰੀਕੇ ਨਾਲ ਅਸੀਂ ਕਿਹੜੇ ਸਰਦਾਰਾਂ ਦੇ ਘਰ ਦੇ ਵਿੱਚੋਂ ਆ। ਤਾਂ ਮਾਤਾ ਜੀ ਹੁਣੀ ਮੌਜੂਦ ਹੈ। ਮਾਤਾ ਜੀ, ਸਭ ਤੋਂ ਪਹਿਲਾਂ ਤਾਂ ਬੜੇ ਭਾਗਾਂ ਵਾਲੇ ਹੋ ਤੁਸੀਂ ਕਿ ਇਸ ਪਰਿਵਾਰ ਦੇ ਵਿੱਚ ਆਏ ਹੋ। ਤੁਸੀਂ ਵਿਆਹ ਹੁੰਦਾ ਤੁਹਾਡਾ, ਬਰਾਤ ਇਸ ਘਰ ਦੇ ਵਿੱਚ ਤੁਹਾਡੀ ਆਉਂਦੀ ਹੈ, ਤਾਂ ਮੈਂ ਜਾਣਨਾ ਚਾਹਾਂਗੀ ਕਿ ਡੋਲੀ ਆਉਂਦੀ ਹੈ, ਮਾਫੀ ਕਰ ਚਾਹਾਂਗੀ ਤੁਹਾਡੀ ਡੋਲੀ ਇਸ ਘਰ ਦੇ ਵਿੱਚ ਆਉਂਦੀ ਹੈ, ਤਾਂ ਮੈਂ ਚਾਹਾਂਗੀ ਕਿ ਉਹ ਵੇਲਾ ਦੱਸੋ ਸਾਨੂੰ ਜੋ ਤੁਸੀਂ ਪਹਿਲੀ ਵਾਰ ਇਸ ਘਰ 'ਚ ਪੈਰ ਪਾਉਣ। ਬਹੁਤ ਚੰਗਾ ਲੱਗਾ ਸੀ, ਫਖਰ ਮਹਿਸੂਸ ਸੀ ਵੀ ਮੈਂ ਵੀ ਚੰਗੇ ਖਾਨਦਾਨ 'ਚ ਜਾ ਰਹੀ ਹਾਂ। ਬਸ ਖੁਸ਼ ਹੋਈ, ਸੋਹਣਾ ਲੱਗਿਆ ਘਰ ਕਿਲਾ ਸਾਰਾ। ਇੰਨਾ ਵੱਡਾ ਕਿਲਾ, ਸਾਫ ਸਫਾਈ ਵੀ ਬਹੁਤ ਜ਼ਰੂਰੀ ਹੁੰਦੀ ਹੈ। ਹਾਲਾਂਕਿ ਤੁਹਾਡੇ ਤੋਂ ਨੌਕਰ ਚਾਕਰ ਵੀ ਹੋਣਗੇ, ਤਾਂ ਤੁਸੀਂ ਜਦੋਂ ਮਾਤਾ ਜੀ ਪਹਿਲੀ ਵਾਰ ਆਏ ਹੋ ਦੇਖਿਆ ਕਿ ਮੈਂ ਸਰਦਾਰਾਂ ਦੇ ਘਰੇ ਮੇਰੀ ਜਿਹੜੀ ਡੋਲੀ ਆਈ ਹੈਗੀ ਆ, ਔਰ ਉਸ ਤੋਂ ਬਾਅਦ ਤੁਸੀਂ ਜਦੋਂ ਵੇਖਿਆ ਕਿ ਇਹਨੂੰ ਸਾਂਭਣਾ ਬੜਾ ਔਖਾ ਹੁੰਦਾ ਹੈ, ਕਿਉਂਕਿ ਆਮ ਤੌਰ 'ਤੇ ਕਿਲੇ ਜਿਹੜੇ ਢਹਿ ਢੇਰੀ ਹੋ ਜਾਂਦੇ ਨੇ ਜਾਂ ਫਿਰ ਸਾਂਭਦਾ ਨਹੀਂ ਕੋਈ ਹੈਗਾ। ਤੁਸੀਂ ਬੜੇ ਸੋਹਣੇ ਤਰੀਕੇ ਨਾਲ, ਕਹਿੰਦੇ ਕਿਸਵਾਣੀ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਘਰ ਨੂੰ ਸਜਾਉਣ ਦੇ ਵਿੱਚ, ਬਣਾਉਣ ਦੇ ਵਿੱਚ। ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਘਰ 'ਚ ਲਿਆ ਕੇ ਰੱਖੀਆਂ? ਬਸ ਐਸੇ ਤਾਂ ਜ਼ਿਆਦਾ ਸਰਦਾਰ ਜੀ ਦਾ ਹੀ ਦੇਣ ਹੈ ਜੀ। ਉਹ ਉਮਰ ਅੰਮ੍ਰਿਤਸਰ ਕਰਾਉਂਦੇ ਰਹਿੰਦੇ ਸੀ ਅਤੇ ਲਿਆ ਆਉਂਦੇ ਸੀ, ਕਦੇ ਕਦੇ ਅੰਮ੍ਰਿਤਸਰ ਜਾਂਦੇ ਸੀ ਤਾਂ ਉੱਥੋਂ ਚੀਜ਼ਾਂ ਖਰੀਦਣੀਆਂ ਆਉਂਦੀਆਂ ਸੀ। ਬਸ ਉਹ ਰੱਖ ਲੈਂਦੀਆਂ ਸੀ। ਕੁਛ ਹੁਣ ਬੱਚੇ ਨਾਲ ਦੀ ਨਾਲ ਹੀ ਨਵੀਆਂ ਨਵੀਆਂ ਚੀਜ਼ਾਂ ਲਿਆਈ ਜਾਂਦੇ। ਸੋ ਯੁਵਰਾਜ, ਤੁਸੀਂ ਦੱਸੋ ਪਹਿਲਾਂ ਮੈਨੂੰ, ਤੁਸੀਂ ਇੰਨੇ ਵੱਡੇ ਘਰ 'ਚ ਰਹਿੰਦੇ ਹੋ ਭਾਈ, ਕਿਵੇਂ ਜੀ ਲੱਗ ਜਾਂਦਾ? ਇੱਥੇ ਘੁੰਮਦੇ ਰਹਿੰਦੇ ਆ, ਫਿਰ ਇੱਧਰ ਉੱਧਰ ਘੁੰਮਦੇ ਰਹਿੰਦੇ ਆ, ਬੋਰ ਨਹੀਂ ਹੁੰਦੇ, ਫਿਰ ਗੱਲਾਂ ਕਰਦੇ ਰਹਿੰਦੇ ਆ ਇੱਕ ਦੂਸਰੇ ਨਾਲ, ਫਿਰ ਪੁੱਛਦੇ ਰਹਿੰਦੇ ਆ ਇੱਥੇ ਤੁਸੀਂ ਪਾਪਾ ਨੂੰ ਪੁੱਛਿਆ ਕਿ ਇੰਨਾ ਵੱਡਾ ਘਰ ਕਿਉਂ ਬਣਾਇਆ, ਸਾਡਾ ਐਡਾ ਵੱਡਾ ਘਰ ਕਿਉਂ ਹੈ, ਆਲੇ ਦੁਆਲੇ ਕਮਰੇ 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 ਜੋ ਕਮਰਾ, ਕਦੇ ਪਾਪਾ ਨੂੰ ਪੁੱਛਿਆ ਹਿਸਟਰੀ ਬਾਰੇ? ਨਹੀਂ। ਕਿਉਂ? ਮੈਨੂੰ ਲੱਗਦਾ ਹੈ ਕਿ ਇੱਦਾਂ ਹੀ ਹੋਣਗੇ। ਇਹ ਕਹਿੰਦੇ ਕਿ ਸਭ ਤੋਂ ਮਹਿੰਗੀ ਹੁੰਦੀ ਹੈ ਮਾਸੂਮੀਅਤ। ਹਾਲੇ ਬੱਚਾ ਆ। ਕਿਹੜੀ ਕਲਾਸ ਪੜ੍ਹਦੇ ਹੋ? 6th 6ਵੀਂ ਕਲਾਸ ਪੜ੍ਹਦੇ ਹੋ? ਫਿਰ ਤਾਂ ਪੁੱਛਣਾ ਬਣਦਾ ਹੈ। ਹਿਸਟਰੀ ਨਹੀਂ ਪੜ੍ਹਦੇ? ਪੜ੍ਹਦਾ ਆ। ਫਿਰ ਪਾਪਾ ਨੂੰ ਕਿਉਂ ਨਹੀਂ ਪੁੱਛਿਆ ਕਿ ਸਾਨੂੰ ਹਿਸਟਰੀ ਦੱਸੋ ਘਰ ਦੀ? ਮੈਨੂੰ ਲੱਗਦਾ ਹੈ ਮੈਂ ਪੁੱਛਿਆ ਹੈ, ਇਹਨਾਂ ਨਹੀਂ ਪੁੱਛਿਆ ਕਦੀ। ਤੁਹਾਨੂੰ ਲੱਗਾ ਕਿ ਸਾਡਾ ਘਰ ਇੰਨਾ ਹੀ ਵਧੀਆ ਵੱਡਾ ਬਣਾਇਆ ਹੋਣਾ ਹੈ ਨਾ? ਫਿਰ ਨਾਰਾਜ਼ ਨਾ ਹੋ ਜਾਣ ਕਿ ਫਿਰ ਕਿਤੇ ਦੂਸਰੇ ਘਰ ਦੇ ਅੰਦਰ ਨਾ ਲੈ ਜਾਣ। ਸੋ ਬਿਲਕੁਲ ਜੀ, ਬੱਚੇ ਬਹੁਤ ਪਿਆਰੇ ਨੇ, ਔਰ ਅਸੀਂ ਹੁਣ ਬਿਲਕੁਲ ਜੀ ਉਹਨਾਂ ਦੇ ਕੋਲ ਜਾਂਦੇ ਹਾਂ। ਇਸ ਵੇਲੇ ਲਾਅ ਦੀ ਪੜ੍ਹਾਈ ਕਰ ਰਹੇ ਨੇ, ਸਾਰੀ ਫੈਮਿਲੀ ਵੈਲ ਐਜੂਕੇਟਡ ਹੈ। ਔਰ ਕਰਨਲ ਸਾਹਿਬ ਹੁਣਾਂ ਦੇ ਜਾਣਨਾ ਚਾਹਾਂਗੇ ਕਿ ਤੁਸੀਂ ਚੰਡੀਗੜ੍ਹ ਪੜ੍ਹਦੇ ਹੋ, ਚੰਡੀਗੜ੍ਹ ਦੇ ਬਹੁਤ ਸਾਰੇ ਹੋਰ ਦੋਸਤਾਂ ਦੇ ਨਾਲ ਮੁਲਾਕਾਤਾਂ ਹੁੰਦੀਆਂ ਨੇ, ਜਦੋਂ ਕਿਤੇ ਤਸਵੀਰ ਦਿਖਾਉਂਦੇ ਹੋ ਕਿ ਮੇਰਾ ਘਰ ਇਹ ਹੈ, ਜਾਂ ਫਿਰ ਨਾਲ ਦੇ ਸਾਥੀ ਕਿਤੇ ਪਿੰਡ ਆਏ ਹੋਣ ਇੱਥੇ ਘੁੰਮਣ ਫਿਰਨਾ, ਤਾਂ ਉਹਨਾਂ ਦਾ ਸਭ ਤੋਂ ਪਹਿਲਾ ਰਿਐਕਸ਼ਨ ਕੀ ਹੁੰਦਾ? ਪਹਿਲਾਂ ਤਾਂ ਉਹ ਹਿਸਟਰੀ ਜਾਣਨੀ ਚਾਹੁੰਦੇ ਹੁੰਦੇ ਨੇ ਜੀ, ਵੀ ਇਹ ਵੀ ਤੁਹਾਡਾ ਘਰ ਹੈ ਜਾਂ ਕਿਲ੍ਹਾ ਹੈ, ਕਿੰਨਾ ਕੁ ਪੁਰਾਣਾ ਹੈ, ਕਦੋਂ ਦਾ ਵੀ ਤੁਹਾਡੇ ਵੀ ਮਹਾਰਾਜਾ ਦੇ ਨਾਲ ਵੀ ਸੰਬੰਧ ਸੀਗੇ, ਜਾਂ ਕਿਹੜੇ ਪਰਿਵਾਰ 'ਚੋਂ ਤੁਸੀਂ। ਉਹਨਾਂ ਨੂੰ ਪੰਜਾਬ ਦੀ ਹਿਸਟਰੀ ਦੱਸੀ ਦੀ ਹੈ। ਅੱਜ ਦੀ ਡੇਟ ਦੇ ਵਿੱਚ ਜੋ ਮੈਂ ਫੀਲ ਕਰਦਾ ਵੀ ਬਹੁਤ ਜ਼ਿਆਦਾ ਮਿਸਿੰਗ ਆ ਆਪਣੀ ਪੰਜਾਬ ਦੇ ਸਾਰਿਆਂ ਦੀ ਸਟੱਡੀ ਦੇ ਵਿੱਚ, ਵੀ ਪੰਜਾਬ ਦੀ ਹਿਸਟਰੀ ਨੂੰ ਚੰਗੀ ਤਰ੍ਹਾਂ ਪੜ੍ਹਾਇਆ ਨਹੀਂ ਜਾਂਦਾ, ਅਤੇ ਪੰਜਾਬ ਦੇ ਜਿਹੜੇ ਹਿਸਟੋਰੀਕਲ ਮੋਨੂਮੈਂਟਸ ਨੇ ਉਹ ਵੀ ਸਾਂਭ ਕੇ ਨਹੀਂ ਰੱਖੇ ਗਏ। ਅਤੇ ਬੜੀ ਖੁਸ਼ੀ ਹੁੰਦੀ ਹੈ ਵੀ ਜੇ ਅਸੀਂ ਇਹ ਕਿਲ੍ਹਾ ਹੁਣ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ, ਅਤੇ ਕਦੀ ਮਿਲਦੇ ਹਾਂ ਅਤੇ ਕਿਸੇ ਨੂੰ ਦੱਸੀਦਾ, ਜਾਂ ਹੋਰ ਪਰਿਵਾਰ ਪੁਰਾਣੇ ਜਿਹੜੇ ਮਿਲਦੇ ਨੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਹੈ। ਜ਼ਿਆਦਾਤਰ ਤਾਂ ਜਿਹੜਾ ਪੰਜਾਬ ਦਾ ਸਾਰਾ ਕੁਝ ਹਿਸਟੋਰੀਕਲ ਉਹ ਤਾਂ ਸਭ ਪਾਕਿਸਤਾਨ 'ਚ ਰਹਿ ਗਿਆ, ਆਪਣੇ ਵੱਲ ਤਾਂ ਹੁਣ ਬਹੁਤ ਘੱਟ ਰਹਿ ਗਿਆ। ਸਾਡਾ ਕਿਲ੍ਹਾ ਜਾਂ ਅਟਾਰੀ ਵਾਲਿਆਂ ਦਾ ਕਿਲ੍ਹਾ ਥੋੜ੍ਹਾ ਬਚਿਆ ਹੋਇਆ, ਤਾਂ ਬਹੁਤ ਵੀ ਆਈ ਫੀਲ ਰੀਅਲੀ ਪ੍ਰਾਊਡ ਟੂ ਬੀ ਅ ਪਾਰਟ ਆਫ ਦਿਸ ਫੈਮਿਲੀ। ਸਾਹਮਣੇ ਦਿਖਦੀਆਂ ਜੋ ਸਾਡੇ ਬਿਲਕੁਲ ਸਕਰੀਨ 'ਚ ਸਾਹਮਣੇ ਆਉਂਦੀਆਂ ਹੋਣਗੀਆਂ, ਲਾਲ ਰੰਗ ਦੀਆਂ, ਤੁਹਾਨੂੰ ਲੱਗਦਾ ਕਿ ਇੱਟਾਂ ਬਣੀਆਂ ਹੋਈਆਂ ਨੇ, ਡਿਜ਼ਾਈਨ ਬਣਾਇਆ ਹੋਇਆ ਕਾਰੀਗਰ ਨੇ, ਪਰ ਉਹਦਾ ਦਿਮਾਗ ਦੀ ਤੁਹਾਨੂੰ ਜਿਹੜੀ ਦਸਤਾਨ ਹੈ ਨਾ, ਉਹਦਾ ਦਿਮਾਗ ਕਿੱਥੇ ਲੱਗਿਆ ਦੱਸਾਂਗੇ। ਸਾਨੂੰ ਇਸ ਜ਼ੁਬਾਨੀ ਸੁਣਦੇ ਉਹਨਾਂ ਦੇ, ਤਾਂ ਇਹਨਾਂ ਬਾਰੇ ਜ਼ਿਕਰ ਜ਼ਰੂਰ ਕਰੋ ਜੀ। ਮਨਦੀਪ ਮੈਮ, ਜਿਹੜੇ ਤੁਸੀਂ ਬੰਕਰਸ ਦੀ ਗੱਲ ਕਰ ਰਹੇ ਹੋ, ਇਹ ਬਹੁਤ ਹੀ ਟੈਕਟੀਕਲ ਤਰੀਕੇ ਨਾਲ ਬਣਾਏ ਹੋਏ ਨੇ। ਤੁਸੀਂ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਟੈਪ ਵਾਈਜ਼ ਇੱਟਾਂ ਲੱਗੀਆਂ ਹੋਈਆਂ ਨੇ ਉੱਪਰ। ਉਹ ਸਟੈਪ ਵਾਈਜ਼ ਇੱਟਾਂ ਇਸ ਕਰਕੇ ਹੁੰਦੀਆਂ ਨੇ ਤਾਂ ਕਿ ਉੱਥੇ ਬੰਦੂਕ ਨੂੰ ਰੱਖ ਕੇ ਜਿਹੜਾ ਗਨਰ ਹੈ ਉਹ ਫਾਇਰ ਕਰ ਸਕੇ, ਔਰ ਉਹਦਾ ਫਾਇਰ ਬਿਲਕੁਲ ਐਕੂਰੇਟ ਹੋਏ। ਇਹਨਾਂ ਬੰਕਰਸ ਦੇ ਵਿੱਚ ਜਿਹੜਾ ਤੁਸੀਂ 2 ਇੰਚ ਦਾ ਗੈਪ ਦੇਖ ਰਹੇ ਹੋ, ਅੱਜ ਤੋਂ ਤਕਰੀਬਨ 200 ਸਾਲ ਪਹਿਲਾਂ ਜਦੋਂ ਹਿੰਦੁਸਤਾਨ ਦੇ ਵਿੱਚ ਵੈਪਨਸ ਆਏ ਸੀ,
ਤਾਂ ਬੰਦੂਕ ਹੁੰਦੀ ਸੀ ਜਿਹਦੇ ਵਿੱਚ ਪਿੱਛੋਂ ਬਰੂਦ ਭਰਿਆ ਜਾਂਦਾ ਸੀ। ਉਹਦੀ ਬੈਰਲ ਦੀ ਅੱਗੋਂ ਚੌੜਾਈ ਤਕਰੀਬਨ 2 ਇੰਚ ਸੀ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਬੰਕਰਸ ਦੇ ਵਿੱਚ 2 ਇੰਚ ਦਾ ਫਾਸਲਾ ਰੱਖਿਆ ਗਿਆ ਹੈ। ਔਰ ਇਹਨਾਂ ਦੇ ਸਾਈਡ ਦੇ ਵਿੱਚ ਤੁਸੀਂ 2 ਗੋਲ ਬੰਕਰ ਵੀ ਦੇਖ ਸਕਦੇ ਹੋ ਜਿਨ੍ਹਾਂ ਦੇ ਸਾਹਮਣੇ ਬਿਲਕੁਲ ਸੁਰਾਖ ਨਹੀਂ ਹੈ। ਉਹ ਬੇਸਿਕਲੀ ਸੰਤਰੀ ਪੋਸਟ ਹੈ। ਜਿਹੜੇ ਉੱਥੇ ਰਖਵਾਲੇ ਨੇ ਜਿਹੜੇ ਉਹਨੂੰ ਗਾਰਡ ਕਰਨਗੇ ਉਹ ਉੱਥੇ ਬੈਠਣਗੇ ਔਰ ਸਾਈਡਾਂ 'ਚ ਦੇਖ ਸਕਦੇ ਨੇ। ਤੁਸੀਂ ਦੇਖ ਰਹੇ ਹੋ ਸਾਈਡਾਂ 'ਚ ਉਹਨਾਂ ਦੇ ਦੋਨੋਂ ਸਾਈਡ ਸੁਰਾਖ ਨੇ, ਪਰ ਉਹਨਾਂ ਦੇ ਸਾਹਮਣੇ ਸੁਰਾਖ ਨਹੀਂ ਹੈ ਤਾਂ ਕਿ ਜਦੋਂ ਦੁਸ਼ਮਣ ਫਾਇਰ ਕਰੇ ਤਾਂ ਉਸ ਨੂੰ ਸਿੱਧੀ ਗੋਲੀ ਨਾ ਲੱਗ ਸਕੇ। ਔਰ ਦੂਸਰਾ, ਜੇ ਕੋਈ ਸੈਨਿਕ ਜ਼ਖਮੀ ਹੋ ਜੇ ਤਾਂ ਉਹਨੂੰ ਵੀ ਉਹਦੇ ਸੇਫਟੀ ਨਾਲ ਰੱਖਿਆ ਜਾ ਸਕੇ। ਔਰ ਇਸ ਦੇ ਨਾਲ ਹੀ ਥੋੜਾ ਤੁਹਾਨੂੰ ਮੈਂ ਪੁਰਾਣਾ ਇਤਿਹਾਸ ਦੱਸਦਾ ਹਾਂ ਇਸ ਕਿਲੇ ਦਾ ਔਰ ਇਸ ਕਨਈਆ ਮਿਸਲ ਦਾ। ਤਕਰੀਬਨ 400 ਸਾਲ ਪਹਿਲਾਂ ਜਦੋਂ ਇਸ ਕਿਲੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਸ ਤੋਂ ਬਾਅਦ ਕਈ ਯੁੱਧਾਂ ਦੇ ਵਿੱਚ ਇਸ ਕਿਲੇ ਨੇ ਹਿੱਸਾ ਲਿਆ। ਸਾਡੇ ਜਿਹੜੇ ਬਜ਼ੁਰਗ ਸਨ ਉਹ ਜਮਰੂਦ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ, ਬਾਅਦ 'ਚ ਐਂਗਲੋ ਸਿੱਖ ਵਾਰ ਫਸਟ ਸੈਕਿੰਡ ਦੇ ਵਿੱਚ ਸ਼ਹੀਦ ਹੋਏ। ਔਰ ਅਸੀਂ ਇਸ ਚੀਜ਼ ਦਾ ਕਾਫੀ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਦੇਸ਼ ਦੀ ਆਜ਼ਾਦੀ ਲਈ ਔਰ ਉਸ ਤੋਂ ਪਹਿਲਾਂ ਸਿੱਖ ਸਾਮਰਾਜ ਦੀ ਸਥਾਪਤੀ ਲਈ ਜਿਹੜੀਆਂ ਕੁਰਬਾਨੀਆਂ ਕੀਤੀਆਂ, ਵੀ ਫੀਲ ਪ੍ਰਾਊਡ ਆਫ ਦੈਟ। ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਨੂੰ ਅੱਜ ਸਾਰਾ ਕਿਲ੍ਹਾ ਘੁਮਾਇਆ ਹੈ ਔਰ ਅੱਜ ਸਾਡੇ ਪ੍ਰੋ ਪੰਜਾਬ ਦੇ ਜਿਹੜੇ ਜਿੰਨੇ ਵੀ ਦਰਸ਼ਕ ਹੋਣਗੇ ਮਾਣ ਮਹਿਸੂਸ ਕਰਦੇ ਹੋਣਗੇ ਕਿ ਇਸ ਧਰਤੀ ਤੇ, ਮਾਝੀ ਧਰਤੀ ਤੇ ਇੱਕ ਬਾ ਕਮਾਲ ਕਿਲ੍ਹਾ ਹੈਗਾ। ਉਸ ਟਾਈਮ ਤੇ ਕਨਈਆ ਮਿਸਲ ਵਾਲੇ ਦੇ ਤੁਸੀਂ ਵਾਰਿਸ ਵੀ ਹੋ ਔਰ ਅੱਜ ਤੱਕ ਤੁਸੀਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ। ਅਸੀਂ ਆਮ ਤੌਰ ਤੇ ਪਹਿਲਾਂ ਜ਼ਿਕਰ ਕਰਦੇ ਹਾਂ ਕਿ ਉਹ ਸਾਨੂੰ ਨਹੀਂ ਲੱਭਦੀਆਂ, ਥਿਆਉਂਦੀਆਂ ਨਹੀਂ ਆ, ਤੇ ਆ ਜਦੋਂ ਦੇਖਿਆ ਜ਼ਰੂਰ ਖੁਸ਼ ਹੋਈ ਆ। ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਤੁਸੀਂ ਹੋਰ ਡਿਵੈਲਪਮੈਂਟ ਕਰਦੇ ਜਾਓ ਔਰ ਸਾਨੂੰ ਸਾਡੇ ਜਿੰਨੇ ਵੀ ਲੋਕ ਪੰਜਾਬ ਦੇ ਆ ਜਾਂ ਪੰਜਾਬ ਤੋਂ ਦੂਰ ਉਹ ਵੀ ਇੱਥੇ ਦੇਖਣ ਆਉਣਗੇ, ਉਹਨਾਂ ਨੂੰ ਇੱਕ ਨਜ਼ਾਰਾ ਮਿਲੇਗਾ ਉਹ ਦੇਖਣ। Ma'am, thank you so much. I thank the entire team of Pro TV. My elder brother Baljit Pal Singh, advocate, who is the chairman also and an advocate, he is away today for some work. So we are grateful, me, my brother and father Sardar Lali ji. We are entirely grateful to the entire team from core of our heart. ਸੋ ਬਿਲਕੁਲ ਇੱਧਰ ਸ਼ੁਕਰੀਆ ਦਾ ਤੁਹਾਡਾ ਵੀ ਕਰਾਂਗੇ, ਤੁਸੀਂ ਸਾਨੂੰ ਇੱਥੇ ਲੈ ਕੇ ਆਏ ਹੋ ਔਰ ਨਵੀਆਂ ਨਵੀਆਂ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਦੀਆਂ। ਤੁਹਾਡੀ ਬਦੌਲਤ ਅਸੀਂ ਸਾਰੇ ਪੰਜਾਬ ਨੂੰ ਔਰ ਜਿੰਨੇ ਦੇਸ਼ਾਂ ਵਿਦੇਸ਼ਾਂ ਸਾਡੇ ਨਾਲ ਜਿਹੜੇ ਜਿੰਨੇ ਵੀ ਦਰਸ਼ਕ ਜੁੜੇ ਉਹਨਾਂ ਤਾਈਂ ਪਹੁੰਚਦੀਆਂ। ਤੁਹਾਡੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਥੋੜ੍ਹਾ ਜਿਹਾ ਇਹਦੇ 'ਚ ਇੱਕ ਹੋਰ ਦੱਸਦਾ ਕਿਲੇ ਦਾ, ਮੈਨੂੰ ਲੱਗਦਾ ਵੀ ਦੱਸਣਾ ਚਾਹੀਦਾ। ਸਰਦਾਰ ਪ੍ਰੇਮ ਸਿੰਘ ਰੰਧਾਵਾ, ਜਿਨ੍ਹਾਂ ਨੂੰ ਖੁੰਡੇ ਵਾਲੇ ਸਰਦਾਰ ਵੀ ਕਿਹਾ ਜਾਂਦਾ ਸੀ। ਖੁੰਡੇ ਵਾਲੇ ਸਰਦਾਰ ਕਿਟਵੇਂ ਪਿੰਡ ਦਾ ਨਾਂ ਖੁੰਡਾ ਸੀ। ਸੋ ਮਹਾਰਾਜਾ ਰਣਜੀਤ ਸਿੰਘ, ਕਿਉਂਕਿ ਇਹ ਸਿੱਖ ਰਾਜ ਦੀ ਨਿਸ਼ਾਨੀ ਆ, ਉਹਦੇ ਬਾਰੇ ਦੱਸਣਾ ਚਾਹਾਂਗੇ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ 10 ਮੁੱਖ ਸਿਵਾ ਸਲਾਰ ਸੀ, ਜਿਹੜੇ ਵੱਡੇ ਜਰਨੈਲ ਸੀ 10, ਉਹਨਾਂ ਵਿੱਚੋਂ ਇੱਕ ਸਰਦਾਰ ਪ੍ਰੇਮ ਸਿੰਘ ਸੀ। ਉਹਨਾਂ ਨੇ ਮੁਲਤਾਨ ਦੀ ਲੜਾਈ, ਪਸ਼ਾਵਰ ਦੀ ਲੜਾਈ, ਉਹ 'ਚ ਬੜੀ ਮਤਲਬ ਬਹਾਦਰੀ ਨਾਲ ਹਿੱਸਾ ਲਿਆ। ਅਤੇ ਕੋਈ 1822 'ਚ ਮਹਾਰਾਜਾ ਰਣਜੀਤ ਸਿੰਘ ਆਪਣੀਆਂ ਫੌਜਾਂ ਦੇ ਨਾਲ ਸਿੰਧ ਦਰਿਆ ਪਾਰ ਕਰ ਰਹੇ। ਦਰਿਆ ਦੇ ਵਿੱਚ ਬਹੁਤ ਪਾਣੀ, ਹੜ੍ਹ ਆਇਆ ਹੋਇਆ ਸੀ, ਅਤੇ ਸਰਦਾਰ ਪ੍ਰੇਮ ਸਿੰਘ ਨੇ ਕਿਹਾ ਮਹਾਰਾਜੇ ਨੂੰ ਕਿ ਮੈਂ ਪਹਿਲੋਂ ਜਾਂਦਾ ਵਾਂ, ਦਰਿਆ ਦੇਖਦੇ ਹਾਂ ਪਾਰ ਹੁੰਦਾ ਕਿ ਨਹੀਂ ਹੁੰਦਾ। ਸੋ ਉਹਨਾਂ ਨੇ ਆਪਣਾ ਘੋੜੇ ਸਮੇਤ ਜਦੋਂ ਦਰਿਆ 'ਚ ਜਦੋਂ ਘੋੜਾ ਉਹਨਾਂ ਨੇ ਉਤਾਰਿਆ ਵਾ, ਅਤੇ ਉਹਦੇ ਮਤਲਬ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਉਹਨਾਂ ਦਾ ਘੋੜਾ ਜਿਹੜਾ ਉਹ ਰੁੜ ਗਿਆ ਅਤੇ ਉਹ ਸ਼ਹੀਦ ਹੋ ਗਏ। ਸੋ ਮਹਾਰਾਜੇ ਨੇ ਉਹਨਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਅਤੇ ਫਿਰ ਉਸ ਵਕਤ ਇੱਕ ਜਗੀਰ ਦਿੱਤੀ ਸੀ ਬਹੁਤ ਵੱਡੀ, ਅਤੇ ਉਹਨਾਂ ਦੇ ਜਿਹੜੇ ਅੱਗੇ ਬੇਟੇ ਸੀ ਸਰਦਾਰ ਜਸਵੰਤ ਸਿੰਘ, ਸਰਦਾਰ ਜੈਮਲ ਸਿੰਘ, ਉਹਨਾਂ ਨੇ ਵੀ ਮੁੜ ਕੇ ਸਿੱਖ ਫੌਜ ਜੁਆਇਨ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ 'ਚ ਜਿੰਨੇ ਆਪਣੇ ਜਮਰੌਦ ਦਾ ਕਿਲ੍ਹਾ, ਵੱਡੀਆਂ ਲੜਾਈਆਂ, ਉਹਨਾਂ 'ਚ ਹਿੱਸਾ ਲਿਆ। ਅਤੇ ਇਹ ਜਿਹੜਾ ਸਾਡੀ ਇਹ ਵਿਰਾਸਤ ਆ, ਇਹ ਉਹਨਾਂ ਯੋਧਿਆਂ ਦੀ ਵਿਰਾਸਤ ਆ ਜਿਨ੍ਹਾਂ ਦੀ ਬਦੌਲਤ ਅਸੀਂ ਅਕਸਰ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਵੀ ਕਦੀ ਰਾਜ ਹੁੰਦਾ ਸੀ। ਸੋ ਇਹ ਉਸ ਰਾਜ ਦੀ ਨਿਸ਼ਾਨੀ ਆ, ਸਿੱਖ ਰਾਜ ਦੀ, ਅਤੇ ਇਹਦੀਆਂ ਜਿਹੜੀਆਂ ਨੀਹਾਂ ਵਾ ਇਹ ਉਹ ਸਿੱਖ ਰਾਜ ਦੀਆਂ ਨੀਹਾਂ। ਅਤੇ ਦਰਸ਼ਕਾਂ ਨੇ ਜ਼ਰੂਰ ਇਹ ਵੇਖਿਆ, ਅੱਜ ਆਨੰਦ ਵੀ ਆਇਆ ਹੋਵੇਗਾ। ਸੋ ਮੈਂ ਤੁਹਾਡੀ ਟੀਮ ਦਾ ਧੰਨਵਾਦ ਕਰਦਾ। ਉੱਥੇ ਮੈਂ ਸਾਰੀਆਂ ਸੰਗਤਾਂ ਨੂੰ ਜਾਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹ ਜ਼ਰੂਰ ਆ ਕੇ ਦੇਖਿਓ, ਕਿਉਂਕਿ ਅਸੀਂ ਖੰਡਰ 'ਤੇ ਵੇਖ ਵੇਖ ਕੇ ਸਾਡੇ ਮਨ 'ਚ ਵੀ ਬੜਾ ਆਉਂਦਾ ਰਹਿੰਦਾ ਸੀ, ਬਟ ਇਹ ਜਿਹੜਾ ਕਰਨਲ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਨੇ ਇੱਕ ਵਿਰਾਸਤ ਨੂੰ ਸਾਂਭਿਆ ਵਾ, ਇਹ ਵਾਕਈ ਆਪਣੇ ਆਪ 'ਚ ਇੱਕ ਮਿਸਾਲ ਆ, ਅਤੇ ਇਸ ਗੱਲੋਂ ਕਰਨਲ ਸਾਹਿਬ ਨੂੰ ਵਧਾਈ ਦੇ ਪਾਤਰ ਨੇ।
ਸ਼ੁਕਰੀਆ ਬਹੁਤ ਬਹੁਤ। ਔਰ ਜਿੱਦਾਂ ਮੈਂ ਅਕਸਰ ਕਹਿੰਦੀ ਹੁੰਦੀ ਸੀ, ਜਦੋਂ ਵੀ ਕਿਤੇ ਕਵਰੇਜ ਕਰਨ ਜਾਣਾ ਤਾਂ ਮੈਂ ਹਮੇਸ਼ਾ ਅਪੀਲ ਦਲੀਲ ਕਰਕੇ ਜਾਂਦੀ ਹੁੰਦੀ ਸੀ, ਪਲੀਜ਼ ਇਹਨੂੰ ਸਾਂਭ ਲਓ। ਪਰ ਅੱਜ ਜਿਸ ਤਰੀਕੇ ਨਾਲ ਤੁਹਾਡੀ ਰੂਹ ਖੁਸ਼ ਹੋਈ, ਸਾਡੀ ਵੀ ਬਹੁਤ ਰੂਹ ਖੁਸ਼ ਹੋਈ ਹੈ ਕਿ ਅਸੀਂ ਸਿੱਖ ਰਾਜ ਦੀ ਉਸ ਵੱਡੀ ਨਿਸ਼ਾਨੀ ਨੂੰ ਸਾਂਭ ਕੇ ਰੱਖਿਆ ਹੋਇਆ। ਇਹ ਪਰਿਵਾਰ ਵਧਾਈ ਦਾ ਪਾਤਰ ਹੈ ਜਿਸ ਨੇ ਇੰਨੀ ਮਿਹਨਤ ਦੇ ਨਾਲ, ਮੁਸ਼ੱਕਤ ਦੇ ਨਾਲ, ਅੱਜ ਵੀ ਹਾਲਾਂਕਿ ਵੈਲ ਐਜੂਕੇਟਿਡ ਫੈਮਿਲੀ ਹੈ, ਚੰਗੇ ਪੈਸੇ ਵਾਲੇ ਨੇ, ਹੋਰ ਵੀ ਕੋਠੀਆਂ ਖੜੀਆਂ ਕਰ ਸਕਦੇ ਸੀ, ਪਰ ਨਹੀਂ, ਕਹਿੰਦੇ ਕਿ ਉਹ ਰਾਜ ਦੀ ਨਿਸ਼ਾਨੀ ਅੱਜ ਵੀ ਅਸੀਂ ਸਾਂਭ ਕੇ ਰੱਖਣੀ ਹੈ। ਜੇ ਇਹਨਾਂ ਨੇ ਸਾਂਭੀ ਹੈ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਜਿਹੜੇ ਥੋੜ੍ਹੀਆਂ ਬਹੁਤੀਆਂ ਵਿਰਾਸਤਾਂ ਬਚੀਆਂ ਹੋਣਗੀਆਂ ਉਹਨਾਂ ਦੇ ਮਨ 'ਚ ਇੱਕ ਚਣਕ ਜ਼ਰੂਰ ਪੈਦਾ ਹੋਏਗੀ ਕਿ ਅੱਜ ਜੇ ਇਹ ਸਾਂਭ ਸਕਦੇ ਨੇ ਸਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ, ਤਾਂ ਤੁਸੀਂ ਕਿਉਂ ਨਹੀਂ, ਅਸੀਂ ਕਿਉਂ ਨਹੀਂ ਸਾਂਭ ਸਕਦੇ। ਤਾਂ ਜ਼ਰੂਰ ਜੇਕਰ ਆਉਣਾ ਹੋਵੇ ਤੁਸੀਂ ਤਾਂ ਪਿੰਡ ਖੁੰਡੇ ਆਇਓ, ਤਾਂ ਇਹਨਾਂ ਸਰਦਾਰਾਂ ਦੇ ਨਾਲ ਮੁਲਾਕਾਤ ਕਰਿਓ ਤੁਸੀਂ, ਤੇ ਆ ਕੇ ਦੇਖਿਓ ਕਿ ਕਿੰਨੇ ਸੂਝ-ਬੂਝ ਢੰਗ ਦੇ ਨਾਲ, ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਅੱਜ ਵੀ ਇਕੱਲੀ ਚੀਜ਼ ਜਿਹੜੀ ਹੈ ਸਾਂਭੀ ਹੋਈ ਹੈ। ਤਾਂ ਹੁਣ ਅਸੀਂ ਤੁਹਾਡੇ ਤੋਂ ਲਵਾਂਗੇ ਆਗਿਆ, ਨਵੇਂ ਰੰਗ ਨਾਲ ਫਿਰ ਤੋਂ ਹਾਜ਼ਰ ਜ਼ਰੂਰ ਹੋਵਾਂਗੇ। ਸਹਿਯੋਗੀ ਸਾਥੀ ਦਵਿੰਦਰ ਸਿੰਘ ਦੇ ਨਾਲ, ਮਨਦੀਪ ਕੌਰ ਸੰਧੂ, ਪਿੰਡ ਖੁੰਡਾ ਤੋਂ, ਪ੍ਰੋ ਪੰਜਾਬ ਟੀਵੀ ਲਈ ਧੰਨਵਾਦ।